लो भी दोस्तों तुहानूं वो तस्वीरां दिखाउण लगे हाँ जो सच्चाई बयान करदियां ने। जिहड़े कैंटर ने पानी दे जां इहदे मिट्टी दे भर के रखे हुए ने, जिहड़ी पत्थर दे बैरीगेडिंग ला के उन्हां दे विच सीमेंट बजरी भरी हुई है। देखो किड्डे वड्डे पत्थर ते बैरीगेडिंग कीती हुई है ते उपरों प्रशासन किसानां नूं आखदा है कि किसान ने जिहड़े ओह लंघण नहीं दे रहे एमरजेंसी सेवावां नूं। ਜਿਹੜੀਆਂ ਸਰਕਾਰਾਂ ਨੇ ਉਹ ਕਹਿ ਰਹੀਆਂ ਨੇ ਕਿ ਜਿਹੜੀ ਕਰੋਨਾ ਮਹਾਮਾਰੀ ਕਾਰਨ ਇੰਨੀਆਂ ਮੌਤਾਂ ਹੋ ਰਹੀਆਂ ਨੇ, ਆਕਸੀਜਨ ਦੀ ਕਮੀ ਆਈ ਆ, ਇਹ ਕਿਸਾਨਾਂ ਦੇ ਕਾਰਨ ਆਈ ਆ। ਕਿਸਾਨਾਂ ਨੇ ਸੜਕਾਂ ਰੋਕੀਆਂ ਹੋਈਆਂ ਨੇ ਤੇ ਟਰੱਕਾਂ ਨੂੰ ਨਿਕਲਣ ਨਹੀਂ ਦੇ ਰਹੇ, ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਨਹੀਂ ਨਿਕਲਣ ਦੇ ਰਹੇ, ਤਾਂ ਕਰਕੇ ਦਿੱਲੀ 'ਚ ਇੰਨੇ ਹਾਲਾਤ ਨੇ ਜਿਹੜੇ ਭਿਆਨਕ ਹੋਏ ਨੇ। ਪਹਿਲੀ ਗੱਲ ਤਾਂ ਅਸੀਂ ਕਹਿੰਦੇ ਵੀ ਕੋਈ ਮਹਾਮਾਰੀ ਨਹੀਂ ਹੈਗੀ, ਸਾਰਾ ਝੂਠਾ। ਜਿਹੜੀ ਸਰਕਾਰ ਕਹਿ ਰਹੀ ਆ ਵੀ ਆਕਸੀਜਨ ਦੀ ਘਾਟ ਆ ਗਈ, ਇਹ ਬਿਲਕੁਲ ਗਲਤ ਆ। ਕੋਈ ਆਕਸੀਜਨ ਦੀ ਘਾਟ ਨਹੀਂ ਹੈ ਜਾਂ ਕਿਸੇ ਕਿਸਾਨ ਨੇ ਕੋਈ ਗੱਡੀ ਰੋਕੀ ਨਹੀਂ। ਅੱਜ 3 ਦਿਨ ਹੋ ਗਏ ਇਸ ਵਾਰਤਾ ਹੋਈ ਨੂੰ, ਰਾਹ ਖੋਲ੍ਹਣ ਦੇ ਮੁੱਦੇ ਤੇ ਸਹਿਮਤੀ ਬਣੀ ਨੂੰ, ਤੇ ਅੱਜ 3 ਦਿਨਾਂ ਹੋਣ ਦੇ ਬਾਵਜੂਦ ਵੀ ਸਰਕਾਰ ਫਿਰ ਵੀ ਕਿਸਾਨ ਅੰਦੋਲਨ ਦੇ ਉੱਤੇ ਤੂਹਮਤ ਲਾਵੇ ਜਾਂ ਇਹ ਕਹੇ ਵੀ ਇਹ ਕਿਸਾਨ ਜਿਹੜੀਆਂ ਆਕਸੀਜਨ ਦੀਆਂ ਗੱਡੀਆਂ ਨੇ ਉਹ ਰੋਕ ਰਹੇ ਨੇ, ਐਮਰਜੈਂਸੀ ਸੇਵਾਵਾਂ ਨੂੰ ਰੋਕ ਰਹੇ ਨੇ, ਇਹ ਬਿਲਕੁਲ ਬੇਬੁਨਿਆਦ ਆ। ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਆਉਂਦੀ ਹੈ, ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਉਹ ਫਲਾਣੇ ਢਿਮ ਕੇ ਸਾਨੂੰ ਸੌ ਕੁਛ ਇਹਨਾਂ ਨੇ ਕਿਹਾ। ਤੇ ਅੱਜ ਉਹੀ ਅੱਤਵਾਦੀ, ਅੱਜ ਉਹੀ ਖਾਲਿਸਤਾਨੀ, ਅੱਜ ਦਿੱਲੀ ਦੇ ਵਿੱਚ ਆਕਸੀਜਨ ਦਾ ਲੰਗਰ ਚੱਲ ਰਿਹਾ। ਕਿਸੇ ਤੋਂ ਕੋਈ ਪੈਸਾ ਲਿਆ, ਜਿੰਨੇ ਮਰਜ਼ੀ ਮਰੀਜ਼ ਆਉਣ ਉਹ ਕਹਿੰਦੇ ਖਾਲੀ ਭਰ ਕੇ ਲੈ ਜਾਓ। ਮਾਇਆਪੁਰੀ ਦੇ ਵਿੱਚ ਸਰਦਾਰ ਨੇ ਫੈਕਟਰੀ ਆ ਬਣਾਈ, ਜਿੰਨੇ ਲੱਖਾਂ ਸਿਲੰਡਰ ਕਹਿੰਦੇ ਭਰ ਕੇ ਲੈ ਜਾਓ, ਤੇ ਕੋਈ ਪੈਸਾ ਨਹੀਂ ਕਿਸੇ ਤੋਂ। ਅੱਜ ਕਿਉਂ ਨਹੀਂ ਉਹ ਜਿਹੜਾ ਗੋਦੀ ਮੀਡੀਆ ਉਹ ਕਿਉਂ ਨਹੀਂ ਜਵਾਨ ਖੋ ਰਿਹਾ? ਉਸ ਇਹ ਕਰਾੜੀ ਚਪੇੜ ਆ ਉਹ ਗੋਦੀ ਮੀਡੀਆ ਦੇ ਮੂੰਹ ਤੇ। 2.5 ਕਰੋੜ ਦੀ ਆਬਾਦੀ ਆ ਦਿੱਲੀ ਦੀ, ਜਿਹਦੇ ਵਿੱਚ ਸ਼ਮਸ਼ਾਨ ਘਾਟ ਵੀ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ। ਉਹ ਸਾਰੇ ਬੰਦ ਕਰਕੇ ਨਾ ਤਿੰਨ ਨੇ ਜਿਹੜੇ ਸ਼ਮਸ਼ਾਨ ਘਾਟ ਸਰਕਾਰ ਨੇ ਉਹ ਖੋਲ੍ਹੇ ਹੋਏ ਨੇ। ਹੁਣ ਜਦੋਂ ਇੰਨੀ ਆਬਾਦੀ ਦੇ ਵਿੱਚ ਇੰਨੀਆਂ ਮੌਤਾਂ ਹੁੰਦੀਆਂ ਨੇ, ਫਿਰ ਉੱਥੇ ਓਵਰਲੋਡ ਤਾਂ ਹੋਣਾ ਹੀ ਆ ਕੰਮ। ਉਹ ਦਿਖਾ ਲੋਕਾਂ ਨੂੰ ਦਿਖਾਈ ਜਾਣੇ 2-3 ਸ਼ਮਸ਼ਾਨ ਘਾਟ ਇੱਥੇ ਇੰਨੇ ਮਰ ਗਿਆ, ਹੋ ਗਿਆ ਜੀ, ਇੱਥੇ ਉਹ ਹੋ ਗਿਆ। ਘਰੇ ਕੋਈ ਮਰਿਆ? ਮੈਨੂੰ ਦੱਸੇ ਕਿਸੇ ਦੇ ਘਰੇ ਕੋਈ ਮਰਿਆ ਹੋਇਆ ਮਰੀਜ਼ ਕਰੋਨਾ ਦੇ ਨਾਲ ਦਿੱਲੀ ਦੇ ਵਿੱਚ ਜਾਂ ਹੋਰ ਕਿਤੇ ਵੀ? ਬਿਲਕੁਲ ਨਹੀਂ। ਬਿਮਾਰੀ ਉਹ ਹੁੰਦੀ ਆ ਜਦੋਂ ਲੋਕ ਸੜਕਾਂ ਦੇ ਉੱਤੇ ਡਿੱਗਣ ਲੱਗ ਜਾਣ। ਹਰਿਦੁਆਰ ਕੁੰਭ ਦੇ ਨਾਮ 'ਤੇ ਉੱਥੇ 31 ਲੱਖ ਬੰਦੇ ਦਾ ਇਕੱਠ ਹੋ ਰਿਹਾ, ਉੱਥੇ ਕਰੋਨਾ ਨਹੀਂ ਹੈਗਾ। ਤੇ ਅੱਜ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ ਮੋਦੀ ਜਾ ਕੇ ਰੈਲੀਆਂ ਕਰ ਰਿਹਾ, ਉੱਥੇ ਕੋਈ ਕਰੋਨਾ ਨਹੀਂ ਹੈਗਾ। ਕਰੋਨਾ ਸਿਰਫ ਦਿੱਲੀ ਦੇ ਵਿੱਚ ਆ। ਆਹ ਦੇਖ ਸਕਦੇ ਤੁਸੀਂ ਕਿਵੇਂ ਇਹਨਾਂ ਨੇ ਬੈਰੀਕੇਡ ਲਾਏ ਨੇ, ਵੱਡੀਆਂ ਤਾਰਾਂ ਲਾ ਰੱਖੀਆਂ ਨੇ। ਇਹ ਰਾਹ ਸਰਕਾਰ ਨਹੀਂ ਖੋਲ੍ਹ ਰਹੀ, ਕਿਸਾਨਾਂ ਵੱਲੋਂ ਕੋਈ ਘਾਟ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਕਿਸਾਨੀ ਅੰਦੋਲਨ ਜਿਸ ਨੂੰ ਚੱਲਦਿਆਂ ਤਕਰੀਬਨ 150 ਦਿਨ ਹੋ ਗਿਆ, ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ। ਦੇਸ਼ ਵਿੱਚ ਕਰੋਨਾ ਦੀ ਜਿਹੜੀ ਦੂਜੀ ਲਹਿਰ ਆ ਉਹ ਚੱਲ ਰਹੀ ਆ। ਦਿੱਲੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਰੋਨਾ ਦੇ ਕੇਸ ਨੇ ਜੋ ਐਕਟਿਵ ਨੇ ਸਭ ਤੋਂ ਜ਼ਿਆਦਾ ਨੇ, ਮੌਤਾਂ ਹੋ ਰਹੀਆਂ ਨੇ। ਤੇ ਸਰਕਾਰ ਵੱਲੋਂ ਇਹ ਆਰੋਪ ਲਗਾਏ ਜਾਂਦੇ ਨੇ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ, ਰੋਡ ਬਲੌਕ ਕੀਤੇ ਹੋਏ ਨੇ ਤੇ ਆਕਸੀਜਨ ਦੀ ਕਮੀ ਦੇ ਕਾਰਨ ਇਹ ਮੌਤਾਂ ਹੋ ਰਹੀਆਂ ਨੇ। ਕਿਸਾਨ ਆਕਸੀਜਨ ਦੇ ਜਿਹੜੇ ਟਰੱਕ ਨੇ ਜਾਂ ਐਮਰਜੈਂਸੀ ਸੇਵਾਵਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਇੱਥੋਂ ਨਹੀਂ ਲੰਘਣ ਦਿੰਦੇ। ਪਰ ਇੱਥੇ ਖੜੇ ਹਾਂ ਸਿੰਘੂ ਬਾਰਡਰ ਤੇ, ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਕਿਸਾਨਾਂ ਵੱਲੋਂ ਬਿਲਕੁਲ ਸਾਈਡਾਂ ਤੇ ਰਾਹ ਖੋਲ੍ਹੇ ਹੋਏ ਨੇ, ਇੱਕ ਸਾਈਡ ਬਿਲਕੁਲ ਖਾਲੀ ਆ। ਤੇ ਜਿਹੜੀ ਪੁਲਿਸ ਪ੍ਰਸ਼ਾਸਨ ਆ ਜਾਂ ਦਿੱਲੀ ਪ੍ਰਸ਼ਾਸਨ ਆ ਉਹਦੇ ਵੱਲੋਂ ਇੱਥੇ ਬੈਰੀਗੇਟਿੰਗ ਕੀਤੀ ਗਈ ਆ, ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ ਨੇ, ਫੌਜ ਲਾਈ ਗਈ, ਫੌਜ ਲਗਾ ਕੇ ਰੋਕਿਆ ਗਿਆ ਇੱਥੇ ਲੋਕਾਂ ਨੂੰ ਅੱਗੇ ਲੰਘਣ ਤੋਂ। ਤੇ ਇੱਧਰ ਦਿਖਾ ਰਹੇ ਆ ਜਿਹੜਾ ਰਸਤਾ ਇਹ ਕਿਸਾਨਾਂ ਵੱਲੋਂ ਬਿਲਕੁਲ ਖੋਲ੍ਹਿਆ ਗਿਆ। ਇਹ ਗੱਡੀਆਂ ਨੇ ਜਿਹੜੀਆਂ ਥੋੜ੍ਹਾ ਘੁੰਮ ਕੇ ਲੰਘਦੀਆਂ ਨੇ। ਇੱਥੇ ਕਾਫੀ ਦਿੱਕਤਾਂ, ਵੱਡੀਆਂ ਗੱਡੀਆਂ ਨਹੀਂ ਲੰਘ ਸਕਦੀਆਂ, ਪਰ ਛੋਟੀਆਂ ਗੱਡੀਆਂ ਤੇ ਤੁਰ ਕੇ ਜਿਹੜੇ ਲੋਕ ਨੇ, ਇੱਥੋਂ ਦੇ ਸਥਾਨਕ ਲੋਕ ਨੇ, ਉਹ ਸਾਈਡ ਤੇ ਦੀ ਨਿਕਲਦੇ ਨੇ। ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਰੋਕਿਆ ਗਿਆ ਹੈ ਕਿਸਾਨਾਂ ਵੱਲੋਂ ਰੋਕਿਆ ਗਿਆ ਹੈ, ਪਰ ਸਰਕਾਰ ਇੱਥੇ ਕਿਤੇ ਨਾ ਕਿਤੇ ਨਾਕਾਮ ਨਜ਼ਰ ਆ ਰਹੀ ਆ। ਸਰਕਾਰ ਵੱਲੋਂ ਵੱਡੀਆਂ ਮੂਰਤੀਆਂ ਨੇ ਜਿਹੜੀਆਂ 300 ਕਰੋੜ ਲਾ ਕੇ ਮੂਰਤੀਆਂ ਤਾਂ ਬਣਾਈਆਂ ਜਾਂਦੀਆਂ ਨੇ, ਪਰ ਸਿਹਤ ਸਹੂਲਤਾਂ ਨੇ ਜਿਹੜੀਆਂ ਉਹਨਾਂ ਦੇ ਪ੍ਰਬੰਧ ਪੁਖਤਾ ਨਹੀਂ ਕੀਤੇ ਜਾਂਦੇ। ਤੇ ਆਰੋਪ ਨੇ ਜਿਹੜੇ ਫਿਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਦੂਜਿਆਂ ਤੇ ਥੋਪੇ ਜਾਂਦੇ ਨੇ। ਅਜਿਹਾ ਹੀ ਇੱਥੇ ਦੇਖਣ ਨੂੰ ਮਿਲ ਰਿਹਾ ਹੈ। ਬੈਰੀਗੇਟਿੰਗ ਸਰਕਾਰ ਕਰਦੀ ਹੈ ਤੇ ਆਰੋਪ ਨੇ ਜਿਹੜੇ ਕਿਸਾਨਾਂ ਤੇ ਲਗਾਏ ਜਾਂਦੇ ਨੇ। ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ 'ਚੋਂ ਬਾਬਾ ਰਾਜਾ ਰਾਜ ਸਿੰਘ ਜੀ ਨੇ, ਉਹਨਾਂ ਨਾਲ ਕਰਦੇ ਹਾਂ ਗੱਲ, ਕਿਉਂਕਿ ਕੁਝ ਟਾਈਮ ਪਹਿਲਾਂ ਇਹਨਾਂ ਨੇ ਇੱਥੇ ਘੋੜੇ ਬੰਦੇ ਸੀਗੇ, ਇੱਥੇ ਪੂਰਾ ਪ੍ਰਬੰਧ ਸੀਗਾ ਜਿਹੜਾ ਨਿਹੰਗ ਸਿੰਘ ਜਥੇਬੰਦੀਆਂ ਦਾ ਸੀਗਾ। ਇਹਨਾਂ ਨੇ ਰਸਤਾ ਖਾਲੀ ਕਰ ਦਿੱਤਾ। ਇਹ ਅੱਗੇ ਪੁਲਿਸ ਪ੍ਰਸ਼ਾਸਨ ਦੇ ਬੈਰੀਗੇਟਿੰਗ ਨੇ। ਇਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਬਾਬਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਾਜਾ ਰਾਜ ਸਿੰਘ ਅਰਬਾਂ ਖਰਮਾ ਤਰਨਾ ਦਲ ਨਾਲ ਨੇ ਸਿੰਘ ਸਾਹਿਬ ਬਾਬਾ
ਨੈਣ ਸਿੰਘ ਜੀ ਤਰਨਾ ਦਲ ਦੇ ਮੁਖੀ। ਬਾਬਾ ਜੀ ਕੀ ਕਹੇਂਗੇ ਹੋ ਜੀ, ਜਿਹੜੀਆਂ ਸਰਕਾਰਾਂ ਨੇ ਉਹ ਕਹਿ ਰਹੀਆਂ ਨੇ ਕਿ ਜਿਹੜੀ ਕਰੋਨਾ ਮਹਾਮਾਰੀ ਕਾਰਨ ਇੰਨੀਆਂ ਮੌਤਾਂ ਹੋ ਰਹੀਆਂ ਨੇ, ਆਕਸੀਜਨ ਦੀ ਕਮੀ ਆਈ ਆ, ਇਹ ਕਿਸਾਨਾਂ ਦੇ ਕਾਰਨ ਆਈ ਆ। ਕਿਸਾਨਾਂ ਨੇ ਸੜਕਾਂ ਰੋਕੀਆਂ ਹੋਈਆਂ ਨੇ ਤੇ ਟਰੱਕਾਂ ਨੂੰ ਨਿਕਲਣ ਨਹੀਂ ਦੇ ਰਹੇ, ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਨੂੰ ਨਹੀਂ ਨਿਕਲਣ ਦੇ ਰਹੇ, ਤਾਂ ਕਰਕੇ ਦਿੱਲੀ 'ਚ ਇੰਨੇ ਹਾਲਾਤ ਨੇ ਜਿਹੜੇ ਭਿਆਨਕ ਹੋਏ ਨੇ। ਦੇਖੋ ਜਿਹੜੀ ਸਰਕਾਰ ਹੈ ਝੂਠ ਬੋਲਦੀ ਆ। ਜੇ ਕਰੋਨਾ ਦੀ ਜਿਹੜੀ ਮਹਾਮਾਰੀ ਹੈ, ਪਹਿਲੀ ਗੱਲ ਤਾਂ ਅਸੀਂ ਕਹਿੰਦੇ ਵੀ ਕੋਈ ਮਹਾਮਾਰੀ ਨਹੀਂ ਹੈਗੀ, ਸਾਰਾ ਝੂਠ ਆ। ਜਾਣਬੁੱਝ ਕੇ ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਜਿਹੜੀ ਕਰੋਨਾ ਦੀ ਬਿਮਾਰੀ ਦਾ ਡਰ ਪੈਦਾ ਕੀਤਾ ਜਾ ਰਿਹਾ। ਜੇ ਕਰੋਨਾ ਦੀ ਬਿਮਾਰੀ ਹੋਵੇ ਫਿਰ ਦਿੱਲੀ ਇੱਥੋਂ 30-35 ਕਿਲੋਮੀਟਰ ਆ, ਫਿਰ ਇੱਥੇ ਤਾਂ ਕੋਈ ਮਰਿਆ ਨਹੀਂ ਹੈਗਾ। ਸਿੰਘੂ ਬਾਰਡਰ ਤੇ ਨਹੀਂ ਕੋਈ ਮਰਿਆ ਕਰੋਨਾ ਨਾਲ, ਕੋਈ ਆਪਣੇ ਟਿਕਰੀ ਬਾਰਡਰ ਤੇ ਨਹੀਂ ਹੋਇਆ ਕੋਈ ਹੈਦਾ, ਜਾਂ ਗਾਜੀਪੁਰ ਬਾਰਡਰ ਤੇ। ਇੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਅਸੀਂ ਬੈਠੇ ਹਾਂ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ। ਇੱਥੇ ਸਾਂਝੇ ਵੱਡੇ ਵੱਡੇ ਗੁਰੂ ਕੇ ਲੰਗਰ ਇਕੱਠੇ ਬੈਠ ਕੇ ਸਕਦੇ ਨੇ। ਇੱਥੇ ਸਾਰੇ ਵੱਡੇ ਵੱਡੇ ਜਿੱਥੇ ਆਸਣ ਬਣਾਏ ਹੋਏ ਨੇ ਪੈਣ ਵਾਸਤੇ, ਉੱਥੇ ਸਾਰੇ ਪੈਂਦੇ ਨੇ ਬੈਠ ਕੇ। ਜਿਹੜੀਆਂ ਸਟੇਜਾਂ ਨੇ ਉਹ ਚੱਲ ਰਹੀਆਂ ਨੇ, ਇੱਥੇ ਕੋਈ ਬਿਮਾਰੀ ਨਹੀਂ ਹੈਗੀ, ਇਹ ਸਿਰਫ ਕੋਈ ਬਹਾਨਾ। ਦੂਸਰੀ ਗੱਲ, ਜਿਹੜੀ ਸਰਕਾਰ ਕਹਿ ਰਹੀ ਆ ਵੀ ਆਕਸੀਜਨ ਦੀ ਘਾਟ ਆ ਗਈ, ਇਹ ਬਿਲਕੁਲ ਗਲਤ ਆ। ਕੋਈ ਆਕਸੀਜਨ ਦੀ ਘਾਟ ਨਹੀਂ ਹੈ, ਜਾਂ ਕਿਸੇ ਕਿਸਾਨ ਨੇ ਕੋਈ ਗੱਡੀ ਰੋਕੀ ਨਹੀਂ। ਆਹ ਦੇਖੋ ਪਿੱਛੋਂ ਜਿਹੜਾ ਹੈ ਉਹ ਰਾਹ ਚੱਲ ਰਿਹਾ ਹੈ, ਬਲ ਕੇ ਜਾਂਦੇ ਨੇ ਇੱਧਰ ਨਰੇਲਾ ਵਿੱਚ ਦੀ, ਤੇ ਕਿਸਾਨਾਂ ਨੇ ਰਾਹ ਦੇ ਦਿੱਤਾ। ਸਭ ਤੋਂ ਪਹਿਲਾਂ ਅਸੀਂ ਇੱਥੇ ਬੈਰੀਕੇਡ ਨਾਲ ਘੋੜੇ ਬੰਨੇ ਹੋਏ ਸੀ, ਉਹ ਵੀ ਅਸੀਂ ਪਾਸੇ ਹਟਾ ਲਏ। ਇੱਥੋਂ ਸਾਰੇ ਤੰਬੂ ਲੱਗੇ ਹੋਏ ਸੀ, ਉਹ ਵੀ ਤੰਬੂ ਹਟਾ ਕੇ ਪਿੱਛੇ ਕਰਤੇ ਵੀ ਸਰਕਾਰ ਜਦੋਂ ਚਾਹੇ। ਅੱਜ 3 ਦਿਨ ਹੋ ਗਏ ਇਸ ਵਾਰਤਾ ਹੋਈ ਨੂੰ, ਰਾਹ ਖੋਲ੍ਹਣ ਦੇ ਮੁੱਦੇ ਤੇ ਸਹਿਮਤੀ ਬਣੀ ਨੂੰ, ਤੇ ਅੱਜ 3 ਦਿਨਾਂ ਹੋਣ ਦੇ ਬਾਵਜੂਦ ਵੀ ਸਰਕਾਰ ਫਿਰ ਵੀ ਕਿਸਾਨ ਅੰਦੋਲਨ ਦੇ ਉੱਤੇ ਤੁਹਮਤ ਲਾਵੇ, ਜਾਂ ਇਹ ਕਹੇ ਵੀ ਇਹ ਕਿਸਾਨ ਜਿਹੜੀਆਂ ਆਕਸੀਜਨ ਦੀਆਂ ਗੱਡੀਆਂ ਨੇ ਉਹ ਰੋਕ ਰਹੇ ਨੇ, ਐਮਰਜੈਂਸੀ ਸੇਵਾਵਾਂ ਨੂੰ ਰੋਕ ਰਹੇ ਨੇ। ਇਹ ਬਿਲਕੁਲ ਬੇਬੁਨਿਆਦ ਆ, ਗਲਤ। ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ। ਜੋ ਵੀ ਮਰੀਜ਼ ਮਰ ਰਹੇ ਨੇ ਬਿਨਾਂ ਆਕਸੀਜਨ ਤੋਂ, ਉਹਦੀ ਸਰਕਾਰ, ਮੋਦੀ ਸਰਕਾਰ ਜ਼ਿੰਮੇਦਾਰ ਹੈ। ਉਹਨਾਂ ਨੂੰ ਕਰਨਾ ਚਾਹੀਦਾ ਆਕਸੀਜਨ ਦਾ ਪ੍ਰਬੰਧ। ਦੇਖੋ ਕਿ ਇੱਕ ਪਾਸੇ ਸਾਨੂੰ ਬਦਨਾਮ ਕਰਨ ਤੇ ਸਰਕਾਰ ਤੁਲੀ ਹੋਈ ਹੈ ਕਿਸਾਨ ਅੰਦੋਲਨ ਨੂੰ। ਸਾਨੂੰ ਜਦੋਂ ਪੁੱਛਦੇ ਸੀ ਉਦੋਂ ਇੱਥੇ ਵੀ ਇਹਨਾਂ ਨੂੰ ਇੰਨੇ ਫੰਡ ਕਿੱਥੋਂ ਆਉਂਦੀ ਆ, ਐਡੇ ਬਦਾਮਾਂ ਦੇ ਲੰਗਰ ਲਾਤੇ ਇਹਨਾਂ ਨੇ, ਪੀਜੀ ਦੇ ਲੰਗਰ ਲੱਗੇ ਵੱਡੇ ਵੱਡੇ ਤਗੜੇ, ਤੇ ਕੋਈ ਪਤਾ ਨਹੀਂ ਕਾਹਦਾ ਲੰਗਰ ਲੱਗ ਗਿਆ। ਤੇ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਆਉਂਦੀ ਹੈ, ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ, ਇਹ ਉਹ ਫਲਾਣੇ ਢਿਮਕੇ, ਸਾਨੂੰ ਸੌ ਕੁਛ ਇਹਨਾਂ ਨੇ ਕਿਹਾ। ਤੇ ਅੱਜ ਉਹੀ ਅੱਤਵਾਦੀ, ਅੱਜ ਉਹੀ ਖਾਲਿਸਤਾਨੀ, ਅੱਜ ਦਿੱਲੀ ਦੇ ਵਿੱਚ ਆਕਸੀਜਨ ਦਾ ਲੰਗਰ ਚੱਲ ਰਿਹਾ। ਕਿਸੇ ਤੋਂ ਕੋਈ ਪੈਸਾ ਲਿਆ, ਜਿੰਨੇ ਮਰਜ਼ੀ ਮਰੀਜ਼ ਆਉਣ, ਉਹ ਕਹਿੰਦੇ ਖਾਲੀ ਭਰ ਕੇ ਲੈ ਜਾਓ। ਮਾਇਆਪੁਰੀ ਦੇ ਵਿੱਚ ਸਰਦਾਰ ਨੇ ਫੈਕਟਰੀ ਆ ਬਣਾਈ, ਜਿੰਨੇ ਲੱਖਾਂ ਸਿਲੰਡਰ ਕਹਿੰਦੇ ਭਰ ਕੇ ਲੈ ਜਾਓ, ਤੇ ਕੋਈ ਪੈਸਾ ਨਹੀਂ ਕਿਸੇ ਤੋਂ। ਅੱਜ ਕਿਉਂ ਨਹੀਂ ਉਹ ਜਿਹੜਾ ਗੋਦੀ ਮੀਡੀਆ, ਉਹ ਕਿਉਂ ਨਹੀਂ ਜਵਾਨ ਖੋ ਰਿਹਾ? ਉਸ ਇਹ ਕਰਾੜੀ ਚਪੇੜ ਆ ਉਹ ਗੋਦੀ ਮੀਡੀਆ ਦੇ ਮੂੰਹ ਤੇ। ਅੱਜ ਉਹੀ ਸਿੱਖ, ਅੱਜ ਉਹੀ ਖਾਲਿਸਤਾਨੀ, ਖਾਲਸਾਈਡ ਵਾਲੇ, ਅੱਜ ਉਹੀ ਖਾਲਿਸਤਾਨੀ ਮਦਦ ਪਹੁੰਚਾ ਰਹੇ ਨੇ। ਆਕਸੀਜਨ ਦੇ ਲੰਗਰ ਲਾਤੇ, ਗੁਰੂ ਘਰ ਲੰਗਰ ਉੱਥੇ ਜਿਹੜੇ ਭੁੱਖੇ ਨੇ ਉਹਨਾਂ ਵਾਸਤੇ ਗੁਰੂ ਘਰ ਲੰਗਰ ਖਾਲਸਾਈਡ ਨੇ ਖੋਲ੍ਹ ਦਿੱਤਾ। ਉਹੀ ਅਸੀਂ ਜਿਹਨਾਂ ਤੁਸੀਂ ਅੱਤਵਾਦੀ ਕਹਿੰਦੇ, ਜਿਹਨੂੰ ਖਾਲਿਸਤਾਨੀ ਕਹਿੰਦੇ, ਸਾਨੂੰ ਬਦਨਾਮ ਕੀਤਾ ਗਿਆ। ਸਾਨੂੰ, ਅਸੀਂ ਇਹ ਭਾਰਤ ਦੇ ਵਸਿੰਦੇ ਹਾਂ, ਅਸੀਂ ਭਾਰਤ ਦੇ ਲੋਕ ਹਾਂ, ਤੇ ਅਸੀਂ ਕੋਈ ਖਾਲਿਸਤਾਨੀ ਨਹੀਂ, ਅਸੀਂ ਕੋਈ ਅੱਤਵਾਦੀ ਨਹੀਂ, ਕੋਈ ਅਸੀਂ ਵੱਖਵਾਦੀ ਨਹੀਂ, ਅਸੀਂ ਪਾਕਿਸਤਾਨੀ ਨਹੀਂ ਹੈਗੇ। ਅਸੀਂ ਇੱਥੋਂ ਦੇ ਵਸਿੰਦੇ ਹਾਂ, ਸਾਡਾ ਭਾਰਤ ਦੇਸ਼ ਆ। ਇੱਥੇ ਅਸੀਂ ਕਿਸਾਨ ਅੰਦੋਲਨ, ਅਸੀਂ ਆਪਦੇ ਹੱਕ ਲੈਣ ਵਾਸਤੇ ਆਏ ਹੋਏ ਹਾਂ। ਸਾਨੂੰ ਸਾਡੇ ਹੱਕ ਚਾਹੀਦੇ ਨੇ। 5 ਮਹੀਨਿਆਂ ਤੋਂ ਉੱਥੇ ਬੈਠੇ ਨੂੰ ਹੋ ਗਏ, ਸਾਨੂੰ 150 ਦਿਨ ਹੋ ਗਏ। ਅੱਜ 5 ਮਹੀਨਿਆਂ ਦੇ ਵਿੱਚ ਕਿੰਨੇ ਉਤਰਾਅ ਚੜ੍ਹਾਅ ਆਏ ਨੇ। ਸਾਨੂੰ ਦੱਸੇ ਵੀ ਕਿਸੇ ਸਰਕਾਰ ਨੇ ਜਦੋਂ ਵੀ ਇਜਾਜ਼ਤ ਕੀਤੀ ਆ, ਸਰਕਾਰ ਨੇ ਕੀਤਾ ਕਿਸਾਨਾਂ ਦੇ ਨਾਲ। ਜੇ ਇੱਥੇ RSS ਆ ਕੇ ਸਾਡੇ ਆਪਣੇ ਕਿਸਾਨਾਂ ਨੂੰ ਕੁੱਟਦੀ ਆ, ਸਾਡੇ ਤੰਬੂ ਪਾੜਦੀ ਆ, ਤਾਂ ਅਸੀਂ ਉੱਥੇ ਮੂੰਹ ਤੋੜ ਉਹਦਾ ਜਵਾਬ ਵੀ ਦਿੰਦੇ ਹਾਂ। ਉਹ ਭੌਸ ਮੁੜ ਕੇ ਨਹੀਂ ਆਉਂਦੇ, ਤੇ ਸਰਕਾਰ ਸਾਡੇ ਕਿਸਾਨਾਂ ਉੱਤੇ ਉਹਨਾਂ ਨੂੰ ਫੜ ਕੇ ਅੰਦਰ ਕਰਦੀ ਆ। ਸਾਡੇ ਨੌਜਵਾਨਾਂ ਨੂੰ ਸਰੇਆਮ ਜੇਲ੍ਹ ਦੇ ਵਿੱਚ ਸੁੱਟ ਕੇ ਪਰਚੇ ਪਾਏ ਜਾਂਦੇ ਨੇ। ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ। ਮੈਨੂੰ ਅੱਜ ਤੱਕ ਦੱਸੇ 150 ਦਿਨਾਂ ਦੇ ਵਿੱਚ ਕੋਈ ਸਰਕਾਰ ਦੇ ਕਿਸੇ ਨੇ ਕੋਈ ਜਾਂ ਹੋਰ ਕੋਈ ਕਿਸਾਨਾਂ ਨੇ ਕੋਈ ਕਾਰਵਾਈ ਕੀਤੀ ਹੋਵੇ ਗਲਤ? ਬਿਲਕੁਲ ਕੋਈ ਕਾਰਵਾਈ ਨਹੀਂ ਹੋਈ। ਸਾਨੂੰ ਜਾਣ ਬੁੱਝ ਕੇ ਅਸੀਂ ਸ਼ਾਂਤੀ ਦੇ ਵਿੱਚ ਬੈਠੇ ਹਾਂ, ਹੱਕ ਲੈਣ ਵਾਸਤੇ ਬੈਠੇ ਹਾਂ, ਵੀ ਉਹਨਾਂ ਚਿਰ ਨਹੀਂ ਹਿੱਲਣਾ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲ ਜਾਂਦੇ। ਸਰਕਾਰ ਬੇਵਜ੍ਹਾ ਨਾਲ ਇਹ ਕਿਸਾਨ ਅੰਦੋਲਨ ਨੂੰ ਬਦਨਾਮ ਕਰਨੀ ਚਾਹੁੰਦੀ ਆ, ਵੀ ਇਹ ਸੁੱਟ ਕੇ ਚਲੇ ਜਾਓ, ਕਰੋਨਾ ਦੀ ਬਿਮਾਰੀ ਹੋ ਗਈ। ਕੋਈ ਕਰੋਨਾ ਦੀ ਬਿਮਾਰੀ ਨਹੀਂ ਹੈ, ਇਕੱਲੀ ਸਿਰਫ ਦਿੱਲੀ ਦੇ ਵਿੱਚ ਜਾਣ ਬੁੱਝ ਕੇ ਡਰਾਉਣ ਵਾਸਤੇ ਇੱਕ ਹਊਆ ਖੜਾ ਕੀਤਾ ਜਾ ਰਿਹਾ। 2.5 ਕਰੋੜ ਦੀ ਆਬਾਦੀ ਆ ਦਿੱਲੀ ਦੀ, ਜਿਹਦੇ ਵਿੱਚ ਸ਼ਮਸ਼ਾਨ ਘਾਟ ਵੀ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੇ। ਉਹ ਸਾਰੇ ਬੰਦ ਕਰਕੇ ਨਾ ਤਿੰਨ ਨੇ ਜਿਹੜੇ ਸ਼ਮਸ਼ਾਨ ਘਾਟ ਸਰਕਾਰ ਨੇ ਉਹ ਖੋਲ੍ਹੇ ਹੋਏ ਨੇ। ਹੁਣ ਜਦੋਂ ਇੰਨੀ ਆਬਾਦੀ ਦੇ ਵਿੱਚ ਇੰਨੀਆਂ ਮੌਤਾਂ ਹੁੰਦੀਆਂ ਨੇ, ਫਿਰ ਉੱਥੇ ਓਵਰਲੋਡ ਤਾਂ ਹੋਣਾ ਹੀ ਆ ਕੰਮ। ਉਹ ਲੋਕਾਂ ਨੂੰ ਦਿਖਾਈ ਜਾਣੇ 2-3 ਸ਼ਮਸ਼ਾਨ ਘਾਟ ਇੱਥੇ ਇੰਨੇ ਮਰ ਗਿਆ, ਹੋ ਗਿਆ ਜੀ, ਇੱਥੇ ਉਹ ਹੋ ਗਿਆ, ਤੇ ਪਾਰਕਾਂ ਦੇ ਵਿੱਚ ਸੰਸਕਾਰ ਕੀਤਾ ਜਾ ਰਿਹਾ। ਅਸੀਂ ਜਿਹੜੇ ਸਾਡੇ ਵੀਰ ਮਰ ਰਹੇ ਨੇ, ਅਸੀਂ ਉਹਨਾਂ ਨਾਲ ਸਹਿਮਤ ਹਾਂ ਵੀ, ਪਰ ਸਰਕਾਰ ਇਹ ਜਾਣਬੁੱਝ ਕੇ ਡਰਾਵਾ ਪੈਦਾ ਕਰ ਰਹੀ ਆ। ਤੇ ਦਿੱਲੀ ਦੇ ਜਿਹੜੇ ਲੋਕ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਸਰਕਾਰੀ ਹਸਪੀਟਲ ਨੇ ਉਹਨਾਂ ਵਿੱਚ ਤੁਸੀਂ ਨਾ ਫਸੋ। ਘਰੇ ਕੋਈ ਮਰਿਆ, ਮੈਨੂੰ ਦੱਸੇ ਕਿਸੇ ਦੇ ਘਰੇ ਕੋਈ ਮਰਿਆ ਹੋਇਆ ਮਰੀਜ਼ ਕਰੋਨਾ ਦੇ ਨਾਲ?
ਦਿੱਲੀ ਦੇ ਵਿੱਚ ਜਾਂ ਹੋਰ ਕਿਤੇ ਵੀ? ਬਿਲਕੁਲ ਨਹੀਂ। ਬਿਮਾਰੀ ਉਹ ਹੁੰਦੀ ਆ ਜਦੋਂ ਲੋਕ ਸੜਕਾਂ ਦੇ ਉੱਤੇ ਡਿੱਗਣ ਲੱਗ ਜਾਣ। ਆਮ ਜੇ ਕਿਤੇ ਸਾਡੇ ਕਈ ਵਾਰੀ ਪਸ਼ੂਆਂ ਦੇ ਵਿੱਚ ਵੀ ਬਿਮਾਰੀ ਪੈ ਜਾਂਦੀ, ਸਾਡੇ ਕਈ ਵਾਰੀ ਮੁਰਗਿਆਂ ਦੇ ਵਿੱਚ ਬਿਮਾਰੀ ਪੈ ਜਾਂਦੀ, ਕਈ ਵਾਰੀ ਕਬੂਤਰਾਂ ਨੂੰ ਸਾਡੇ ਦੇਖਦੇ ਕਈ ਪਸ਼ੂ ਸਾਡੇ ਸਾਹਮਣੇ ਖੜੇ ਡਿੱਗ ਪੈਂਦੇ ਨੇ, ਨਾਲ ਦੀ ਨਾਲ ਮਰ ਜਾਂਦੇ ਨੇ, ਉਹਨੂੰ ਕਹਿੰਦੇ ਆ ਬਿਮਾਰੀ। ਜੇ ਕੋਈ ਮੁਰਗਿਆਂ ਦੇ ਮਾਰ ਪੈਂਦੇ ਉਹ ਖੜੇ ਦੇਖ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮਰ ਜਾਂਦੇ ਨੇ, ਤੇ ਕਬੂਤਰ ਵੀ ਉਹਦੇ ਗਰਦਾਂ ਛੱਡ ਕੇ। ਕੋਈ ਬਿਮਾਰੀ ਨਹੀਂ ਹੈਗੀ, ਕੁਛ ਨਹੀਂ। ਜਾਣਬੁੱਝ ਕੇ ਕਰੋਨਾ ਦੇ ਨਾਮ ਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ, ਸਾਨੂੰ ਡਰਾਉਣ ਵਾਸਤੇ। ਅੱਜ ਉੱਥੇ ਹਰਿਦੁਆਰ ਕੁੰਭ ਦੇ ਨਾਮ ਤੇ ਉੱਥੇ 31 ਲੱਖ ਬੰਦੇ ਦਾ ਇਕੱਠ ਹੋ ਰਿਹਾ, ਉੱਥੇ ਕਰੋਨਾ ਨਹੀਂ ਹੈਗਾ। ਤੇ ਅੱਜ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ ਮੋਦੀ ਜਾ ਕੇ ਰੈਲੀਆਂ ਕਰ ਰਿਹਾ, ਉੱਥੇ ਕੋਈ ਕਰੋਨਾ ਨਹੀਂ ਹੈਗਾ। ਕਰੋਨਾ ਸਿਰਫ ਦਿੱਲੀ ਦੇ ਵਿੱਚ ਆ, ਕਰੋਨਾ ਜਾਂ ਇੱਥੇ ਆ। ਸਾਡੇ ਅੱਜ ਕਿਸਾਨ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਬੈਠੇ ਆ, ਇੱਥੇ ਇਕੱਠੇ ਸੌਂਦੇ, ਇਕੱਠੇ ਬੈਠਦੇ ਆ, ਇਕੱਠੇ ਸਾਰਾ ਕੁਝ ਕਰਦੇ ਆ, ਬੈਠ ਕੇ ਸਟੇਜਾਂ ਵੀ ਲੱਗਦੀਆਂ ਨੇ। ਇੱਥੇ ਕੋਈ ਐਸੀ ਕੋਈ ਕਾਰਵਾਈ ਨਹੀਂ ਹੋਈ ਕਰੋਨਾ ਨਾਮ ਦੇ ਨਾਲ, ਕੋਈ ਜਿਹੜਾ ਮਰੀਜ਼ ਤੁਸੀਂ ਦੇਖਿਆ ਹੋਵੇ। ਕੋਈ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੈ। ਅੱਜ ਜੇ ਕਿਸੇ ਨੂੰ ਸਿਰ ਦੁਖਦਾ ਤਾਂ ਵੀ ਕਰੋਨਾ, ਜੇ ਸਿਰ ਆਪਣੇ ਢਿੱਡ ਦੁਖਦਾ ਤਾਂ ਵੀ ਕਰੋਨਾ, ਜੇ ਬੁਖਾਰ ਆ ਗਿਆ ਤਾਂ ਵੀ ਕਰੋਨਾ, ਜੇ ਖਾਂਸੀ ਆ ਗਈ ਤਾਂ ਵੀ ਕਰੋਨਾ। ਬਿਲਕੁਲ ਕੁਝ ਨਹੀਂ ਹੈਗਾ। ਇਹ ਅਫਵਾਹਾਂ ਤੋਂ ਬਚਣ ਦੀ ਲੋੜ ਆ। ਆਤਮ ਬਲ ਚਾਹੀਦਾ ਹਰੇਕ ਦੇ ਵਿੱਚ। ਸਰਕਾਰਾਂ ਦੇ ਚਾਲਾਂ ਤੋਂ ਸੁਚੇਤ ਸਭ ਨੂੰ ਹੋਣਾ ਚਾਹੀਦਾ। ਇਸ ਕਰਕੇ ਅਸੀਂ ਤਿਆਰ ਪਰ ਤਿਆਰ ਹਾਂ। ਨਿਹੰਗ ਸਿੰਘਾਂ ਨੇ ਵੀ ਆਪਦੇ ਘੋੜੇ ਖੋਲ੍ਹ ਕੇ ਇੱਕ ਪਾਸੇ ਕਰ ਲਏ, ਤੰਬੂ ਲਾਤੇ, ਤੇ ਜੇ ਸਰਕਾਰ ਦੇ ਨਾਲ ਗੱਲਬਾਤ ਹੋਈ ਆ ਰਾਹ ਲੈਣ ਵਾਸਤੇ, ਆਹ ਦੇਖ ਸਕਦੇ ਤੁਸੀਂ ਕਿਵੇਂ ਇਹਨਾਂ ਨੇ ਬੈਰੀਕੇਡ ਲਾਏ ਨੇ, ਵੱਡੀਆਂ ਤਾਰਾਂ ਲਾ ਰੱਖੀਆਂ ਨੇ। ਇਹ ਰਾਹ ਸਰਕਾਰ ਨਹੀਂ ਖੋਲ੍ਹ ਰਹੀ, ਕਿਸਾਨਾਂ ਵੱਲੋਂ ਕੋਈ ਘਾਟ ਨਹੀਂ। ਨਿਹੰਗ ਸਿੰਘ ਜਥੇਬੰਦੀਆਂ ਪੂਰਾ ਸਹਿਯੋਗ ਦਿੱਤਾ ਰਿਹਾ। ਅਸੀਂ ਸਾਰੇ ਇੱਕੋ ਹੀ ਹਾਂ। ਜੋ ਫੈਸਲਾ ਸਰਕਾਰ ਦੇ ਨਾਲ ਕਿਸਾਨਾਂ ਦਾ ਹੋਇਆ, ਅਸੀਂ ਉਹਦੇ ਫੁੱਲ ਚੜਾਉਂਦੇ ਹਾਂ। ਤੇ ਜੇ ਰਾਹ ਦਿੰਦੇ ਆ ਲੈ ਕੇ ਦੇਣਾ, ਕਾਹਨੂੰ ਜਿਹੜੇ ਬਲ ਕੇ ਜਾਂਦੀਆਂ ਨੇ ਜਿਹੜੀ ਆਕਸੀਜਨ ਆ ਨਾ, ਕਿਉਂ ਜਾਣਬੁੱਝ ਕੇ ਇਹ ਗਰੀਬਾਂ ਆਕਸੀਜਨ ਦਾ ਕਹਿ ਰਹੇ ਨੇ, ਆਕਸੀਜਨ ਦੀ ਘਾਟ ਹੋ ਗਈ। ਕਿਹਾ ਜਾ ਰਿਹਾ ਹੈ ਜਿਹੜਾ ਹਵਾਈ ਬਾਲਾ ਉਹ ਬਾਹਰਲੀਆਂ ਕੰਟਰੀਆਂ ਤੋਂ ਆਕਸੀਜਨ ਲੈ ਕੇ ਆਊਗਾ, ਹਵਾਈ ਜਹਾਜ਼ਾਂ ਰਾਹੀਂ ਆਕਸੀਜਨ ਆਊਗੀ। ਲੱਗਦਾ ਨਹੀਂ ਕਿਤੇ ਦੇਸ਼ 'ਚ ਇਦਾਂ ਦੇ ਪ੍ਰਬੰਧ ਕੀਤੇ ਜਾਣ ਸਾਨੂੰ ਹੋਰ ਕੋਲ ਕਿਸੇ ਕੋਲ ਜਾਣਾ ਹੀ ਨਾ ਪਵੇ। ਜਿਹੜੀਆਂ 300 ਕਰੋੜ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ, ਹਸਪੀਟਲ ਬਣਾਏ ਜਾਣ, ਸਕੂਲ ਬਣਾਏ ਜਾਣ, ਸਹੂਲਤਾਂ ਇਦਾਂ ਦੀਆਂ ਹੋਣ ਕਿ ਸਾਡੇ ਲੋਕਾਂ ਨੂੰ ਬਾਹਰ ਕਿਤੇ ਹੱਥ ਫੈਲਾਉਣਾ ਹੀ ਨਾ ਪਵੇ। ਕੀ ਕਹੇਂਗੇ? ਬਣਾਊ ਕਿਹੜਾ ਜੀ? ਬਣਾਊ ਕੌਣ? ਜੇ ਤਾਂ ਜਨਤਾ ਦੀ ਸਰਕਾਰ, ਇਹ ਹਰਾਮ ਦੀ ਸਰਕਾਰ ਆ, EVM ਦੀ ਪਦੈਸ਼ ਸਰਕਾਰ ਆ। ਜੇ ਲੋਕਾਂ ਦੀ ਚੁਣੀ ਹੋਵੇ, ਉਹਨੂੰ ਦਰਦ ਹੋਵੇ ਲੋਕਾਂ ਦਾ। ਜਿਹੜਾ ਚੁਣਿਆ ਹੋਇਆ ਹੁੰਦਾ ਉਹਨੂੰ 100 ਵਾਰੀ ਦਾ ਹੁੰਦਾ ਮੈਂ ਫਿਰ ਵੀ ਵੋਟਾਂ ਲੈਣੀਆਂ ਨੇ। ਇਹਨਾਂ ਨੂੰ ਪਤਾ ਵੀ ਅਸੀਂ ਹਰਾਮਪੁੜੇ ਨਾਲ ਜਿੱਤੇ ਹੋਏ ਹਾਂ, EVM ਦੇ ਨਾਲ ਜਿੱਤੇ ਹੋਏ ਹਾਂ। ਦੁਬਾਰਾ ਫਿਰ ਅਸੀਂ EVM ਦੇ ਨਾਲ ਫਿਰ ਦੁਬਾਰਾ ਜਿੱਤ ਲਾਂਗੇ। ਜਿਹੜੀ ਤੁਸੀਂ ਆਕਸੀਜਨ ਦੀ ਗੱਲ ਕਰਦੇ ਹੋ, ਆਕਸੀਜਨ ਬਾਹਰੋਂ ਲਿਆਉਣ ਦੀ ਕੀ ਲੋੜ ਆ? ਜਦੋਂ ਸਾਡੇ ਇੱਥੇ ਮਾਇਆਪੁਰੀ ਦੇ ਵਿੱਚ ਸਰਦਾਰ ਆ, ਉਹਨੇ ਫੈਕਟਰੀ ਲਾ ਦਿੱਤੀ, ਉਹ ਕਹਿੰਦਾ ਚਾਹੇ ਲੱਖਾਂ ਸਿਲੰਡਰ ਖਾਲੀ ਲਿਆਓ ਤੇ ਭਰ ਕੇ ਲੈ ਜਾਓ। ਹੋਰ ਇਹਨਾਂ ਨੂੰ ਕੀ ਚਾਹੀਦਾ ਫਿਰ? ਉਹ ਬਾਹਰੋਂ ਕੀ ਲੋੜ ਐਡੀ ਦੂਰੋਂ ਮੰਗਾਉਣ ਦੀ? ਇੱਥੇ ਜਦੋਂ ਸਾਰੇ ਪ੍ਰਬੰਧ ਨੇ, ਤੇ ਖਾਲਸਾ ਵਾਲਿਆਂ ਨੇ ਤੇ ਕਿੱਟਾਂ ਵੀ ਰੱਖਦੀਆਂ ਲਿਆ ਕੇ ਆਕਸੀਜਨ ਦੀਆਂ, ਫ੍ਰੀ ਵੰਡ ਰਹੇ ਨੇ। ਫਿਰ ਇਹਨਾਂ ਨੂੰ ਕੀ ਲੋੜ ਆ ਕਿਸੇ ਪਾਸੇ ਜਾਣ ਦੀ? ਪਰ ਇਹ ਜਾਣਬੁੱਝ ਕੇ ਇਹ ਦੇਸ਼ ਨੂੰ ਵੇਚਣਾ ਚਾਹੁੰਦਾ। ਇਹਨਾਂ ਨੇ ਰੱਖਿਆ ਕੀ ਆ? ਸਭ ਕੁਝ ਕਿਸਾਨਾਂ ਨੂੰ ਇੱਥੋਂ ਉਠਾਉਣ ਦੀ ਉਹ ਚਾਲ ਆ, ਕਿਉਂਕਿ ਕਿਸਾਨਾਂ ਨੂੰ ਲੋਕਾਂ ਦੇ ਵਿੱਚ ਜਿਹੜਾ ਮਾੜਾ ਦਿਖਾਇਆ ਜਾ ਰਿਹਾ, ਕਿਹਾ ਜਾ ਰਿਹਾ ਕਿਸਾਨ ਰੋਕ ਰਹੇ ਨੇ। 2 ਦਿਨ ਹੋ ਗਏ ਨੇ ਗੱਲਬਾਤ ਹੋਈ ਨੂੰ ਪੁਲਿਸ ਪ੍ਰਸ਼ਾਸਨ ਦੇ ਨਾਲ। ਕਿਸਾਨਾਂ ਵੱਲੋਂ ਰਸਤੇ ਬਿਲਕੁਲ ਖੁੱਲ੍ਹੇ ਨੇ, ਅੱਜ ਦੇ ਨਹੀਂ, ਜਦੋਂ ਤੋਂ ਕਿਸਾਨ ਆਏ ਨੇ ਰਸਤੇ ਉਦੋਂ ਤੋਂ ਹੀ ਸਾਈਡਾਂ ਤੇ ਖੁੱਲ੍ਹੇ ਨੇ, ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਬੈਰੀਕੇਟਿੰਗ ਕੀਤੀ ਗਈ ਆ। ਕੀ ਲੱਗਦਾ ਇਹਨਾਂ ਨੂੰ ਠਾਲਣ ਦੀ ਉਹ ਚਾਲ ਹੈ? ਇਹ ਠਾਲਣ ਦੀ ਵੀ ਚਾਲ, ਹੋਰ ਕੀ ਕਰੋਨਾ ਦੇ ਨਾਮ ਤੇ। ਇਹ ਜੇ ਇਹਨਾਂ ਨੂੰ ਆਪਣੇ ਕਹਿੰਦੇ ਨੇ ਮਰੀਜ਼ ਨਹੀਂ ਲੰਘਣ ਦਿੱਤੇ ਜਾਂਦੇ, ਅਸੀਂ ਛੱਡ ਕੇ ਉਹਨੇ ਸਾਰੇ। ਕੋਈ ਆਕਸੀਜਨ ਦੀ ਇੱਥੇ ਗੱਡੀ ਨਹੀਂ ਕਿਸੇ ਨੇ ਰੋਕੀ, ਕੋਈ ਐਮਰਜੈਂਸੀ ਸੇਵਾਵਾਂ ਨਹੀਂ ਰੋਕੀਆਂ। ਸਗੋਂ ਤਾਂ ਦੱਸਦੇ ਆ ਭਾਈ ਇੱਧਰ ਨੂੰ ਜਾਓ, ਸਾਡੇ ਕੋਲ 100 ਹੱਥ ਨੂੰ ਗੱਡੀਆਂ ਆਉਂਦੀ ਹੈ। ਅਸੀਂ ਕਹਿੰਦੇ ਵੀ ਆਹ ਖੋਲ੍ਹਿਆ ਹੋਇਆ ਇੱਧਰ ਤੇ ਰਾਹ ਜਾਓ। ਇਹ ਤਾਂ ਆ ਜਿਹੜਾ ਅਸੀਂ ਨੇ ਐਮਰਜੈਂਸੀ ਰਾਹ ਖੋਲ੍ਹਿਆ, ਇਹ ਵੀ ਤਾਂ ਕਿਸਾਨਾਂ ਨੇ ਖੋਲ੍ਹਿਆ ਜੀ। ਹਾਂ, ਇਹ ਅਸੀਂ ਨੇ ਖੋਲ੍ਹਿਆ, ਕਿਸਾਨਾਂ ਨੇ ਖੋਲ੍ਹਿਆ। ਇਹ ਵੀ ਬੰਦ ਕਰਦੇ ਸੀ, ਇੱਥੇ ਨੇ ਪੱਥਰ ਲਾਤੇ ਸੀ। ਇਹ 2 ਵਾਰੀ ਅਸੀਂ ਚੱਕੇ ਨੇ ਵੀ ਸਾਡਾ ਆਵਾਜਾਈ ਬਣੀ ਰਹੇ, ਲੋਕ ਇੱਧਰ ਜਾਣ। ਆਹ ਜਾਣ ਬੁੱਝ ਕੇ ਇਹਨਾਂ ਨੇ ਬੈਰੀਕੇਡ ਲਾਣੇ, ਆਹ ਖੁੱਲ੍ਹਾ ਖੋਲ੍ਹਣਾ ਕਿ ਇੱਥੇ ਕਿਉਂ ਸੰਗਤ ਜਿਹੜੇ ਲੋਕ ਨੇ ਉਹਨੂੰ ਤੰਗ ਪਰੇਸ਼ਾਨ ਕਰਦੇ ਨੇ। ਅੱਜ ਜੇ ਮਹਾਮਾਰੀ ਚੱਲ ਰਹੀ ਹੈ, ਜੇ ਸਰਕਾਰ ਕਹਿੰਦੀ ਆ, ਫਿਰ ਕਿਉਂ ਨਹੀਂ ਸਹੂਲਤ ਕਰ ਰਹੀ? ਕਿਉਂ ਫਟਾਫਟ ਛੇਤੀ ਰਾਹ ਖਲਾਉਣਾ ਚਾਹੀਦਾ ਤੇ ਇੱਥੋਂ ਹਟਾ ਕੇ ਪਰੇ ਕਰਨ। ਇੱਥੇ ਜਾਣ ਐਮਰਜੈਂਸੀ ਸੇਵਾਵਾਂ, ਆਕਸੀਜਨ ਜਿਹੜੀ ਆਉਂਦੀ ਆ ਉਹ ਜਾਵੇ। ਕੋਈ ਇੱਥੇ ਗੱਲਬਾਤ ਨਹੀਂ ਹੈ, ਕੁਛ ਨਹੀਂ। ਜਾਣ ਬੁੱਝ ਕੇ ਜਿਹੜੀ ਮੋਦੀ ਸਰਕਾਰ ਆ, ਜਿਹੜਾ ਕੇਜਰੀਵਾਲ ਆ, ਸਾਰੇ ਇੱਕੋ ਹੀ ਚੱਟੇ ਵੱਟ ਨੇ, ਕੋਈ ਵੇਲ ਦੇ ਕੱਦੂ ਨੇ, ਸਾਰੇ ਇਕੱਠੇ ਰਲੇ ਹੋਏ ਨੇ। ਜਾਣ ਬੁੱਝ ਕੇ ਇਹਨਾਂ ਸਾਨੂੰ ਇਹ ਜਿਹੜਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿਸਾਨਾਂ ਪ੍ਰਤੀ ਨਫ਼ਰਤ ਪੈਦਾ ਕਰਨਾ ਚਾਹੁੰਦੇ ਨੇ ਵੀ ਕਿਸਾਨ ਨਹੀਂ ਹੁਣ ਜਾਣ ਬੁੱਝ ਕੇ ਇਹ ਕਿਸਾਨਾਂ ਨੂੰ ਬਦਨਾਮ ਕਰਦੇ ਨੇ। ਇਸ ਕਰਕੇ ਇੱਥੇ ਅਸੀਂ ਸਾਰੇ ਤਤਪਰ ਹਾਂ। ਜਿਹੜੇ ਸਾਡੇ ਭਾਈ ਜਿਹੜੇ ਮਰੀਜ਼ ਨੇ, ਜਾਂ ਇਹ ਕਹਿੰਦੇ ਨੇ ਵੀ ਕਰੋਨਾ ਨਾਲ, ਸਾਡੀ ਉਹਨਾਂ ਨਾਲ ਹਮਦਰਦੀ ਹੈ ਪਰਿਵਾਰਾਂ ਦੇ ਨਾਲ। ਤੇ ਜਿਹੜੇ ਸਾਡੇ ਮਰ ਗਏ ਕਰੋਨਾ ਦੇ ਵਿੱਚ, ਅਸੀਂ ਉਹਨਾਂ ਦੇ ਵੀ ਮਹਾਰਾਜ ਕਿਰਪਾ ਕਰੋ, ਉਹਨਾਂ ਵਿਚਾਰਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਕਟ ਸਾਡੇ ਭਾਰਤ ਦੇ ਉੱਤੇ ਸਰਕਾਰ ਨੇ ਲਿਆਂਦਾ, ਕੁਦਰਤ ਨੇ ਨਹੀਂ, ਜੇ ਸਰਕਾਰ ਨੇ ਲਿਆਂਦਾ ਉਹ ਛੇਤੀ ਖਤਮ ਹੋਵੇ। ਜਿਹੜੀ ਮਹਾਮਾਰੀ ਦਾ ਪਰਦਾ ਛੇਤੀ ਫਾਸ ਹੋ ਜੇ। ਤੁਹਾਡੇ ਸਾਹਮਣੇ ਕਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇੱਥੇ ਜਾਣ ਬੁੱਝ ਕੇ ਕਿਡਨੀਆਂ ਕੱਢੀਆਂ ਜਾਂਦੇ। ਇੱਕ ਪਾਸੇ ਤਾਂ ਕਹਿੰਦੇ ਵੀ ਕਰੋਨਾ ਦਾ ਜਿਹੜਾ ਹੈ ਬੰਦਾ ਮਰ ਜਾਂਦਾ, ਉਹਨੂੰ ਘਰਦਿਆਂ ਨੂੰ ਵੀ ਨਹੀਂ ਦੇਖਣ ਦਿੰਦੇ, ਹੱਥ ਵੀ ਨਹੀਂ ਲਵਾਉਂਦੇ। ਇੱਕ ਪਾਸੇ ਕਰੋਨਾ ਦੀ ਆੜ ਦੇ ਵਿੱਚ ਉਹਨਾਂ ਬੋਡੀਆਂ ਦੇ ਵਿੱਚੋਂ
ਅੰਗ ਕੱਢੇ ਜਾਂਦੇ ਨੇ, ਫਿਰ ਉਹ ਜਿਹਦੇ ਲਾਉਣਗੇ ਫਿਰ ਉਹਨਾਂ ਨੂੰ ਕਰੋਨਾ ਨਹੀਂ ਹੋਊਗਾ। ਹਾਂ, ਕਿਡਨੀਆਂ ਦਾ ਵੱਡਾ ਇੱਕ ਘਪਲਾ ਚੱਲ ਰਿਹਾ ਹੈ, ਵੱਡੀ ਸਾਜ਼ਿਸ਼ ਆ ਸਾਨੂੰ ਲੋਕਾਂ ਨੂੰ ਮਾਰਨ ਦੀ। ਇਸ ਕਰਕੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ, ਸਰਕਾਰੀ ਦਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ। ਅਸੀਂ ਕਿਸਾਨਾਂ ਨੇ ਕੋਈ ਗੱਡੀ ਨਹੀਂ ਰੋਕੀ, ਅਸੀਂ ਹੁਣ ਵੀ ਕਹਿੰਦੇ ਆ ਵੀ ਅਸੀਂ ਘੋੜੇ ਪਰੇ ਕਰਤੇ, ਜਦੋਂ ਮਰਜ਼ੀ ਰਾਹ ਖੋਲ੍ਹ ਲੈਣ, ਸਰਕਾਰ ਦੇ ਨਾਲ ਅਸੀਂ ਜੀ। ਹਾਂਜੀ, ਇਹ ਸਨ ਬਾਬਾ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਕੋਈ ਰਾਹ ਨਹੀਂ ਰੋਕਿਆ ਗਿਆ, ਉਦੋਂ ਤੋਂ ਹੀ ਚੱਲ ਰਿਹਾ ਹੈ। ਸਰਕਾਰ ਦੀਆਂ ਜਿਹੜੀਆਂ ਨੀਤਾਂ ਨੇ ਉਹ ਸਾਫ਼ ਨਹੀਂ, ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਇੱਥੇ ਬੈਰੀਗੇਟਿੰਗ ਕੀਤੀ ਗਈ ਆ। ਤੇ ਸਾਡੇ ਨਾਲ ਬਾਬਾ ਜੀ ਨੇ, ਉਹਨਾਂ ਨਾਲ ਕਰਦੇ ਹਾਂ ਗੱਲ। ਹਾਂਜੀ ਬਾਬਾ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ? ਜਹਦਰ ਬਾਬਾ ਨਰੈਣ ਸਿੰਘ ਮਿਸਰ ਸ਼ਹੀਦਾਂ ਬਾਬਾ ਸਿੰਘ ਤਰਨਾਦਨ। ਇੰਨਾ ਚਿਰ ਆਪਾਂ ਮਿਲਦੇ ਹੋ ਗਿਆ, ਤੁਹਾਨੂੰ ਅਜੇ ਨਾਂ ਦਾ ਨਹੀਂ ਪਤਾ। ਤੇ ਬਾਬਾ ਜੀ ਕੀ ਕਹੇਂਗੇ, ਉਹ ਜਿਹੜਾ ਇਹ ਬੈਰੀਗੇਟਿੰਗ ਕੀਤੀ ਗਈ ਆ, ਕਿਹਾ ਜਾ ਰਿਹਾ ਕਿਸਾਨ ਰੋਕਦੇ ਨੇ ਰਾਹ, ਤੇ ਕੀ ਕਹੇਂਗੇ ਤੁਸੀਂ? ਵੇਖੋ, ਨਾ ਤੇ ਇੱਥੇ ਕਿਸਾਨਾਂ ਨੇ ਰਾਹ ਰੋਕਿਆ ਵਾ, ਨਾ ਇੱਥੇ ਨਿਹੰਗ ਸਿੰਘ ਜਥੇਬੰਦੀਆਂ ਰਾਹ ਰੋਕਿਆ। ਇੱਥੇ ਰੋਕਿਆ ਸਰਕਾਰ ਨੇ, ਪੁਲਿਸ ਪ੍ਰਸ਼ਾਸਨ ਨੇ ਔਰ ਦਿੱਲੀ ਨੇ ਜੀ। ਇਹ ਦਿੱਲੀ ਸਰਕਾਰਾਂ ਇੱਥੇ ਬਾਬਰ ਜਾਬਰ ਅੱਗੇ ਇੱਥੇ ਜ਼ੋਰ ਜਮਾਉਂਦੇ ਆਏ ਆ, ਪਰ ਇੱਥੇ ਕਿਸਾਨ ਜਿਹੜੇ ਆ ਕਿਸੇ ਵੀ ਹੱਦ ਤੋਂ ਉੱਠਣਗੇ ਨਹੀਂ। ਇਹ ਕਰੋਨਾ ਦੀ ਆੜ ਦੇ ਵਿੱਚ ਕਿਸਾਨਾਂ ਨੂੰ ਉਠਾਉਣਾ ਚਾਹੁੰਦੇ ਆ, ਇਸ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੇ ਆ, ਸੰਘਰਸ਼ ਨੂੰ ਖਰਾਬ ਕਰਨਾ ਚਾਹੁੰਦੇ ਆ। ਇਸ ਕਰਕੇ ਇਹ ਕਰੋਨਾ ਦੀ ਆੜ ਵਿੱਚ ਨਾ ਦੇ ਕਿਸਾਨ ਉੱਠਣਗੇ। ਇੱਥੇ ਤੇ ਕੋਈ ਕਰੋਨਾ ਨਹੀਂ, ਕਿ ਦੇਖ ਲਓ ਇੱਥੇ ਕਿੰਨੀ ਦੁਨੀਆ ਫਿਰਦੀ, ਇੱਥੇ 3-4 ਲੱਖ ਦਾ ਇਕੱਠ ਆ ਸਿੰਘੂ ਬਾਰਡਰ ਦੇ ਉੱਤੇ। ਇੱਥੇ ਤੇ ਕੋਈ ਕਰੋਨਾ ਨਹੀਂਗਾ। ਇਹ ਦਿੱਲੀ ਦੇ ਵਿੱਚ ਕੋਈ ਬਾਰਡਰ ਥੋੜਾ ਕਰੋਨਾ ਦਾ, ਵੀ ਇੱਥੇ ਕੋਈ ਕਰੋਨਾ ਨਹੀਂ ਤੇ ਗਾੜੀ ਜਾ ਕੇ ਕਰੋਨਾ ਹੋ ਜਾਂਦੀ ਆ। ਇਸ ਕਰਕੇ ਸਰਕਾਰ ਦੀਆਂ ਨਾਕਾਮੀਆਂ ਵਾ, ਇਹ ਦੁਨੀਆ ਨੂੰ ਮਾਰ ਰਹੇ ਆ, ਅੰਗ ਵੇਚ ਰਹੇ ਆ, ਅੰਗ ਤਸਕਰੀ ਕਰ ਰਹੇ ਆ। ਸਰਕਾਰਾਂ ਮਿਲ ਕੇ ਡਾਕਟਰਾਂ ਦੇ ਨਾਲ, ਇਹ ਕਈ ਡਾਕਟਰ ਜਿਹੜੇ ਆ ਅੰਗ ਵੇਚਦੇ ਫੜੇ ਗਏ ਆ, ਤੇ ਕਈ ਜਿਹੜੀਆਂ ਇਹ ਮੁਰਦਾ ਬਣਾ ਦਿੰਦੇ ਆ, ਪਰ ਉਹ ਜਦੋਂ ਗਾੜੀਆਂ ਚੈੱਕ ਕਰਦੇ ਤੇ ਕਿਹੜੇ ਜਿੰਦੇ ਬੰਦੇ ਨਿਕਲ ਆਉਂਦੇ ਵਿੱਚੋਂ। ਇਸ ਕਰਕੇ ਬੜੇ ਘਬਲੇ ਚੱਲਣ ਦੇ ਆ। ਇਹ ਛੇਤੀ ਇਹ ਪਰਦਾਫਾਸ਼ ਹੋਏਗਾ, ਜਿਹੜੀਆਂ ਇਹ ਗੰਦੀਆਂ ਰਣਨੀਤੀਆਂ ਸਰਕਾਰ ਦੀਆਂ ਵਾ, ਨਰਿੰਦਰ ਮੋਦੀ ਸਰਕਾਰ ਦੀਆਂ। ਇਹ ਹਰਾਮ ਦੀ ਸਰਕਾਰ ਆ, EM ਦੀ ਸਰਕਾਰ ਆ। ਇਸ ਕਰਕੇ ਇਹ ਚਿੱਠੀ ਵਿੱਚੋਂ ਨਿਕਲੀ, ਲਿਫਾਫੇ ਵਿੱਚੋਂ ਸਰਕਾਰ ਨਿਕਲੀ, ਇਹ ਕੋਈ ਲੋਕਾਂ ਦੀ ਬਣਾਈ ਹੋਈ ਸਰਕਾਰ ਨਹੀਂ ਗੀ। ਇਸ ਕਰਕੇ 2 ਵਾਰੀ ਸਰਕਾਰ ਧੋਖਾ ਕਰਕੇ ਜਨਤਾ ਦੇ ਨਾਲ, ਤੇ ਇਹ ਸਰਕਾਰ ਬਣੀ ਆ। ਗਲਤ ਨੀਤੀਆਂ ਅਪਣਾਈਆਂ ਸਰਕਾਰ ਨੇ ਔਰ ਜਨਤਾ ਨੂੰ ਦੁੱਖ ਦਿੱਤਾ, ਪ੍ਰਜਾ ਨੂੰ ਦੁੱਖ ਦਿੱਤਾ ਆਪਣੇ ਰਾਜ ਦੇ ਵਿੱਚ। ਇਸ ਕਰਕੇ ਕਦੀ ਵੀ ਜਨਤਾ ਇਹਨਾਂ ਨੂੰ ਮਾਫ ਨਹੀਂ ਕਰੇਗੀ। ਇਹ ਸਰਕਾਰ ਨੂੰ ਇੱਕ ਚੇਤਾਵਨੀ ਆ, ਜਿਹੜੀ ਬੂਥੇ ਤੇ ਚਪੇੜਿਆ ਇੰਨਾ ਚਿਰ ਲੋਕਾਂ ਨੂੰ ਬੈਠਿਆਂ ਹੋ ਗਿਆ ਇੱਥੇ ਰੋਡਾਂ ਦੇ ਉੱਤੇ, ਇਹਨਾਂ ਦੀ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਗਈ। ਐਸੀ ਨਕਾਮ ਸਰਕਾਰ ਹੋ ਗਈ ਹੈ। ਇੰਨਾ ਸਮਾਂ ਥੋੜ੍ਹਾ ਲੱਗਦਾ ਵਾ, ਗੱਲ ਤੇ ਕੋਈ ਵੀ ਨਹੀਂ, ਕਿ ਜਿਹੜੀ ਸਾਨੂੰ ਕੋਈ ਮਨਜ਼ੂਰ ਹੀ ਨਹੀਂ ਚੀਜ਼, ਉਹ ਸਾਨੂੰ ਧੱਕੇ ਨਾਲ ਥੋਪੀ ਜਾਵੇ ਸਰਕਾਰ, ਉਹ ਤੇ ਕਿਸੇ ਦੀ ਗੱਲ ਹੀ ਨਹੀਂ ਬਣਦੀ ਕਿਸੇ ਹੱਦ ਤੱਕ। ਇਸ ਕਰਕੇ ਇਹ ਸਰਕਾਰਾਂ ਨੇ ਕਰੋਨਾ ਦੀ ਆੜ ਦੇ ਵਿੱਚ ਬਦਨਾਮੀ ਕਰਕੇ ਕਿਸਾਨਾਂ ਦੇ ਉੱਤੇ, ਵੀ ਕਿਸਾਨ ਇੱਥੋਂ ਦਖੇੜੇ ਜਾਣ, ਇੱਥੋਂ ਉੱਠ ਜਾਣ ਕਿਸੇ ਵੀ ਹਾਲਤ ਦੇ ਨਾਲ। ਨਾ ਤੇ ਨਿਹੰਗ ਸਿੰਘ ਜਥੇਬੰਦੀਆਂ ਕੇ ਬੈਠੀਆਂ ਵਾ, ਜਿਹੜਾ ਵੀ ਜਾਊਗਾ ਸਾਡੇ ਤੋਂ ਦੀ ਗੁਜ਼ਰ ਕੇ ਜਾਏਗਾ, ਕਿਸਾਨਾਂ ਨੂੰ ਜਾਏਗਾ। ਪਹਿਲਾਂ ਸਾਡੇ ਨਾਲ ਆਪਣਾ ਬਹਿਸ ਵਸਾਈ ਕਰਕੇ ਜਾਂ ਸਾਡੇ ਨਾਲ 2 ਹੱਥ ਕਰਕੇ ਫਿਰ ਅੱਗੇ ਜਾ ਸਕਦਾ ਠਾਉਣਵਾ। ਤੇ ਇਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਤਿਆਰ ਪਰ ਤਿਆਰ, ਕਿਸਾਨ ਸਾਡੇ ਤਿਆਰ ਪਰ ਤਿਆਰ ਬੈਠੇ ਆ। ਸਾਡੀ ਨੌਜਵਾਨ ਪੀੜ੍ਹੀ ਵੀ ਇੱਥੇ ਵੱਧ ਤੋਂ ਵੱਧ ਆਣ ਕੇ ਬੈਠੀ ਆ। ਪਹਿਲਾਂ 2-4 ਦਿਨ ਕਣਕਾਂ ਦਾ ਮੌਸਮ ਹੀ, ਸਾਰਿਆਂ ਨੂੰ ਪਤਾ ਵਾਢੀਆਂ ਫਸਲਾਂ ਸਾਹਮਣੇ ਆਉਂਦੀਆਂ ਵਾ, ਕਿਉਂ ਇਹ ਸਮੇਂ ਦੇ ਦਾਣੇ ਹੁੰਦੇ ਆ। ਔਰ ਇਹ ਕਿਸਾਨ ਨਾ ਕਰਨਗੇ ਤੇ ਦੇਸ਼ਾਂ ਦੇ ਵਿੱਚ ਕਿੱਦਾਂ ਜਾਏਗੀ, ਕਿੱਦਾਂ ਲੋਕ ਖਾਣਗੇ। ਇਸ ਕਰਕੇ ਕਣਕਾਂ ਦੇ ਦੇਣੇ ਥੋੜ੍ਹੇ ਲੋਕ ਗਏ ਸੀ। ਅੱਜ ਫਿਰ ਇੱਥੇ ਲੋਕ ਫਿਰ ਇਕੱਠ ਬਣਿਆ ਪਿਆ ਸਿੰਘੂ ਬਾਰਡਰ ਤੇ, 3-4 ਲੱਖ ਦਾ ਸੰਗਤ ਦਾ ਫਿਰ ਇੱਥੇ ਇਕੱਠ ਹੋ ਗਿਆ ਵਾ। ਤੇ ਗੁਰੂ ਦੀ ਕਿਰਪਾ, ਇੱਥੇ ਦ੍ਰਿੜਤਾ ਦੇ ਨਾਲ ਸੰਗਤ ਬੈਠੀ ਹੈ ਇੱਥੇ। ਇਹ ਸਰਕਾਰਾਂ ਜਿਹੜੀਆਂ ਵਾ, ਇਹਨਾਂ ਨੂੰ ਛੇਤੀ ਤੋਂ ਛੇਤੀ ਇਹ ਫੈਸਲੇ ਦੇ ਕੇ 3 ਕਾਨੂੰਨ ਰੱਦ ਕਰਕੇ, ਕਾਲੇ ਕਾਨੂੰਨ, ਇਹ ਜਨਤਾ ਨੂੰ ਆਪਣੇ ਘਰਾਂ ਨੂੰ ਬੁਲਾਉਣੇ। ਕੋਈ ਕਿਸੇ ਖੁਸ਼ੀ ਕਰਕੇ ਥੋੜ੍ਹਾ ਬੈਠੇ ਆ, ਇਹ ਤੇ ਆਪਣੇ ਹੱਕ ਦੇ ਸੱਚ ਵਾਸਤੇ ਬੈਠੇ ਆ। ਤੇ ਹੱਕ ਦੇ ਵਾਸਤੇ ਲੜਨਾ, ਜਿਹੜਾ ਵਾ ਆਪਣੀ ਹੋਂਦ ਦੀ ਲੜਾਈ ਲੜਨ ਵਾਸਤੇ ਕੁਝ ਵੀ ਕਰਨਾ ਪਵੇ ਤੇ ਉਹ ਕਰਾਂਗੇ। ਪਰ 2 ਦਿਨ ਹੋ ਗਏ ਜੀ, ਮੀਟਿੰਗ ਕੀਤੀ ਗਈ ਆ ਸੋਨੀਪਤ ਪ੍ਰਸ਼ਾਸਨ ਦੇ ਨਾਲ, ਤੇ ਕਿਹਾ ਗਿਆ ਸੀਗਾ ਵੀ ਰਸਤੇ ਖੋਲ੍ਹੇ ਜਾਣਗੇ, ਕਿਉਂਕਿ ਕਰੋਨਾ ਦਾ ਦੌਰ ਆ, ਦੂਜੀ ਲਹਿਰ ਚੱਲ ਰਹੀ ਆ, ਜਿਹੜਾ ਦੇਸ਼ ਦੇ ਉੱਪਰ ਕਰੋਨਾ ਦਾ ਬਹੁਤ ਵੱਡਾ ਸੰਕਟ ਆਇਆ ਏ। ਕਿਹਾ ਜਾ ਰਿਹਾ ਸੀਗਾ ਵੀ ਕਿਸਾਨਾਂ ਵੱਲੋਂ ਰੋਕਿਆ ਗਿਆ ਏ, ਪਰ ਪ੍ਰਸ਼ਾਸਨ ਨੇ ਆਪਣੇ ਜਿਹੜੇ ਬੈਰੀਕੇਡਿੰਗ ਨੇ ਉਹ ਨਹੀਂ ਖੋਲ੍ਹੇ। ਕਿਸਾਨਾਂ ਦਾ ਰਸਤਾ ਜਦੋਂ ਤੋਂ ਆਏ ਨੇ ਉਦੋਂ ਤੋਂ ਹੀ ਖੁੱਲ੍ਹਾ ਏ। ਦੇਖੋ, ਜਦੋਂ ਤੋਂ ਅਸੀਂ ਇੱਥੇ ਬੈਠੇ ਆ, ਇਹ ਰਸਤਾ ਉਦੋਂ ਦਾ ਖੁੱਲ੍ਹਾ ਵਾ। ਇਹ ਕਿਸਾਨਾਂ ਨੇ ਪਹਿਲਾਂ ਚੱਲਦਾ ਸੀ, ਇਹ ਸਰਕਾਰ ਨੇ ਬੰਦ ਕਰ ਦਿੱਤਾ, ਪਰ ਅਸੀਂ ਫਿਰ ਇੱਧਰ ਰਸਤਾ ਖੋਲ੍ਹਿਆ। ਇਹ ਨਿਹੰਗ ਸਿੰਘ ਜਥੇਬੰਦੀਆਂ ਨੇ ਨਾਲ ਲੱਗ ਗਿਆ ਰਸਤਾ ਖਲੋ ਕੇ, ਵੀ ਲੋਕਾਂ ਨੂੰ ਦਿੱਕਤ ਨਾ ਆਵੇ। ਐਂਬੂਲੈਂਸਾਂ ਜਦੋਂ ਸਾਡੇ ਕੋਲ ਮੁੜ ਕੇ ਜਾਂਦੀਆਂ ਨਾ ਪਿੱਛੇ ਨੂੰ, ਤੇ ਸਾਡੇ ਮਨ ਨੂੰ ਦੁੱਖ ਲੱਗਦਾ, ਪਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕਦੀ। ਅਸੀਂ ਉਹ ਇੱਧਰ ਦੀ ਰਾਹ ਖਲਾਇਆ, ਨਰੇਲਾ ਦੇ ਥਾਣੀ ਲੋਕ ਜਾਂਦੇ ਦਿੱਲੀ ਨੂੰ। ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਇਹ ਰਾਹ ਖੋਲ੍ਹ ਕੇ, ਇਹ ਲੋਕ ਜਿਹੜੇ ਜਨਤਾ ਲੰਘਦੀ, ਐਂਬੂਲੈਂਸ ਗੱਡੀਆਂ ਲੰਘਦੀਆਂ ਜਾਂ ਆਕਸੀਜਨ ਲੰਘਦੀ ਆ, ਉਹ ਲੰਘਣ ਤੋਂ ਕੋਈ ਵੀ ਕਿਸਾਨਾਂ ਵੱਲੋਂ ਨਾ ਪਹਿਲੋਂ ਰਸਤਾ ਬੰਦ ਕੀਤਾ, ਨਾ ਅੱਜ ਬੰਦ ਕੀਤਾ ਗਿਆ।
ਅਸੀਂ ਨਾਲ ਨਿਹੰਗ ਸਿੰਘ ਜਥੇਬੰਦੀਆਂ ਇੱਥੇ ਪਹਿਲਾਂ ਘੋੜੇ ਬੱਧੇ, ਤੁਸੀਂ ਮੀਡੀਆ ਨੂੰ ਵੀ ਦੇਖਿਆ, ਉਹ ਇਸ ਰਸਤੇ ਕਰਕੇ ਜਿਹੜੀ ਮੀਟਿੰਗ ਹੋਈ ਆ ਉਹਦੇ ਰਸਤੇ ਕਰਕੇ ਅਸੀਂ ਘੋੜੇ ਹਟਾ ਕੇ ਇਹ ਬਿਲਕੁਲ ਇੱਧਰੋਂ ਸਫਾਈ ਕਰ ਦਿੱਤੀ ਆ। ਹੁਣ ਇੱਥੇ ਬੈਰੀਅਰ ਆ ਸਰਕਾਰ ਦਾ, ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਨਹੀਂ ਬੈਰੀਅਰ ਹਟਾ ਰਹੀ ਆ। ਇਹ ਸਾਰੀ ਨਾਕਾਮੀ ਸਰਕਾਰ ਦੀ ਆ। ਜੀ ਜੀ, ਹੋਰ ਵੀ ਸਾਡੇ ਨਾਲ ਕਿਸਾਨ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਵਿਕਰਮਜੀਤ ਸਿੰਘ। ਵਿਕਰਮਜੀਤ ਸਿੰਘ ਜੀ, ਕੀ ਕहेंगे? ਉਹ ਸਰਕਾਰ ਕਹਿੰਦੀ ਕਿਸਾਨ ਰਸਤਾ ਰੋਕ ਰਹੇ ਨੇ, ਜਿਹੜਾ ਇਹ ਰਾਹ ਇਹ ਵੀ ਕਿਸਾਨਾਂ ਨੇ ਰੋਕਿਆ ਵਾ, ਤਾਂ ਜਿਹੜੀ ਸਭ ਤੋਂ ਪਹਿਲਾਂ ਆਕਸੀਜਨ ਦੀ ਕਮੀ ਆ ਰਹੀ ਆ, ਜਿਹੜੇ ਲੋਕ ਮਰ ਰਹੇ ਨੇ ਦਿੱਲੀ ਦੇ ਵਿੱਚ। ਸਭ ਤੋਂ ਪਹਿਲਾਂ ਤੇ ਭਾਈ ਸਾਹਿਬ ਉਹ ਵਿਖਾਇਆ ਜਾਵੇ ਜਿਹੜਾ ਰੋਡ ਚੱਲ ਰਿਹਾ ਇੱਥੇ ਤੱਕ, ਰੋਡ ਜਿਹੜਾ ਚੱਲ ਰਿਹਾ ਨਿਹੰਗ ਸਿੰਘਾਂ ਨੇ ਵਿਹਲਾ ਕਰਤਾ ਗਏ, ਆਰਮੀ ਵਾਲੇ ਜਿਹੜੇ ਬੈਠੇ ਉਹ ਵੀ ਵਿਖਾਏ ਜਾਣ, ਜਿਹੜੇ ਦੂਜੇ ਪਾਸੇ ਬੈਠੇ ਆ ਇਸ ਪਾਸੇ ਬਿਲਕੁਲ ਰਾਹ ਜਿਹੜਾ ਰਸਤਾ ਜਿਹੜਾ ਸਾਫ਼ ਕਰਤਾ। ਮੈਂ ਦੇਸ਼ ਵਾਸੀਆਂ ਨੂੰ, ਜੀ ਜੀ, ਦਿੱਲੀ ਵਾਸੀਆਂ ਨੂੰ ਚਰਨਾਂ 'ਚ ਅਪੀਲ ਕਰਨੀ ਚਾਹੁੰਦਾ, ਪੂਰੇ ਦੇਸ਼ ਨੂੰ। ਇਹ ਜਿਹੜੇ ਕਰੋਨਾ ਦੇ ਨਾਂ ਤੇ ਸਰਕਾਰ ਸਾਰੇ ਕਾਰੋਬਾਰ ਠੱਪ ਕਰਨਾ ਚਾਹੁੰਦੀ ਆ। ਦਿੱਲੀ 'ਚ ਜਿਵੇਂ ਆਟੋ ਆ, ਆਟੋ ਵੀ ਜਿਹੜਾ ਕੱਲਾ ਅੰਬਾਨੀ ਅੰਡਾਨੀ ਦਾ ਕਾਰੋਬਾਰ ਹੋ ਜਾਊਗਾ। ਮੈਂ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦਾ, ਇਹ ਜਿਹੜਾ ਅੰਦੋਲਨ ਆ ਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ, ਇਹ ਅੰਦੋਲਨ ਪੂਰੀ ਮਾਨਵਤਾ ਦਾ, ਪੂਰੀ ਜਨਤਾ ਦਾ ਵਾ। ਕੱਲੇ ਕੱਲੇ ਜਿਹੜਾ ਇਨਸਾਨ ਵਾ ਉਹਦਾ, ਜੋ ਦੁਕਾਨਦਾਰ ਆ, ਜੋ ਫੈਕਟਰੀ ਵਾਲੇ ਆ, ਆ ਜਿਹੜੇ ਮੇਰੇ ਫੈਕਟਰੀਆਂ ਵਾਲੇ ਭਰਾ ਦਿੱਲੀ ਦੇ ਵਿੱਚ ਬੈਠੇ ਆ, ਉਹ ਵੀ ਅੱਖਾਂ ਤੇ ਕੰਨ ਖੋਲ ਲੈਣ। ਸਿਰਫ ਅੰਬਾਨੀ ਤੇ ਅੰਡਾਨੀ ਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਲੱਗਣਗੀਆਂ, ਜਿਹੜੇ ਦਿੱਲੀ ਦੇ ਵਿੱਚ ਮਾਲ ਵਾ ਉਹ ਵੱਡੇ ਵੱਡੇ ਖੁੱਲ ਜਾਣਗੇ, ਛੋਟੇ ਦੁਕਾਨਦਾਰ, ਛੋਟੇ ਮਾਲ ਜਿਹੜੇ ਸਾਰੇ ਖਤਮ ਹੋ ਜਾਣਗੇ। ਇਸ ਕਰਕੇ ਮੇਰੀ ਜਨਤਾ ਦੇ ਚਰਨਾਂ 'ਚ ਅਪੀਲ ਆ, ਤੁਸੀਂ ਜਾਗਰੂਕ ਹੋ ਜਾਓ। ਕੋਈ ਕਰੋਨਾ ਨਹੀਂ, ਕਰੋਨਾ ਦੇ ਨਾਂ ਦੇ ਉੱਤੇ ਬੁੱਧੂ ਬਣਾਇਆ ਜਾ ਰਿਹਾ। ਨਿਹੰਗ ਸਿੰਘਾਂ ਨੇ ਘੋੜੇ ਖੋਲ ਤੇ, ਨਿਹੰਗ ਸਿੰਘਾਂ ਨੇ ਵੇਖੋ ਘੋੜੇ ਖੋਲ ਕੇ ਸਾਈਡ ਤੇ ਧੁੱਪ ਵਿੱਚ ਬੰਨ੍ਹਤੇ ਆ ਵੀ ਜਨਤਾ ਨੂੰ ਕੋਈ ਮੁਸ਼ਕਲ ਨਾ ਆਵੇ। ਆਪ ਧੁੱਪ ਵਿੱਚ ਇਹਨਾਂ ਟੈਂਟ ਕਰਕੇ ਧੁੱਪ ਵਿੱਚ ਬੈਠੇ ਆ, ਇਸ ਕਰਕੇ ਰਸਤਾ ਬਿਲਕੁਲ ਸਾਫ਼ ਆ। ਹੁਣ ਸਰਕਾਰ ਜਿਹੜੀ ਆ ਉਹਦੀ ਜ਼ਿੰਮੇਵਾਰੀ ਬਣਦੀ ਉਹਨਾਂ ਰਸਤਾ ਖਲਾਉਣਾ ਵਾ, ਪਰ ਸਰਕਾਰ ਤੇ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੀ ਆ ਵੀ ਜਨਤਾ ਮਰਦੀ ਆ, ਸਰਕਾਰ ਨੂੰ ਕੋਈ ਪਰਵਾਹ ਨਹੀਂ। ਸਰਕਾਰ ਨੂੰ ਤੇ ਆਪਣਾ ਜਿਹੜਾ ਅੰਬਾਨੀ ਅੰਡਾਨੀ ਉਹੀ ਦਿਖਦਾ ਵਾ। ਇਸ ਕਰਕੇ ਮੇਰੀ ਜਨਤਾ ਦੇ ਚਰਨਾਂ 'ਚ ਅਪੀਲ ਆ, ਜੇ ਤੁਸੀਂ ਇਹ ਕਿਸਾਨਾਂ ਦਾ ਸਾਥ ਇਸ ਟਾਈਮ ਦਿੱਲੀ ਵਾਸੀਆਂ ਨੂੰ, ਬੰਬੇ ਵਾਸੀਆਂ ਨੂੰ, ਜਿੰਨੇ ਵੀ ਵੱਡੇ ਵੱਡੇ ਦੇਸ਼ ਦੇ ਸ਼ਹਿਰ ਵਾ, ਜੇ ਉਹਨਾਂ ਅੱਜ ਕਿਸਾਨਾਂ ਦਾ ਸਾਥ ਨਹੀਂ ਦਿੱਤਾ, ਤੁਸੀਂ ਇਸ ਤੋਂ ਵੀ ਜ਼ਿਆਦਾ ਭੁੱਖੇ ਮਰੋਗੇ। ਕਰੋਨਾ ਦੇ ਨਾਂ ਤੇ ਵੇਖੋ ਇਹਨਾਂ ਕੀ ਕੀਤਾ, ਹਸਪਤਾਲਾਂ ਦੇ ਵਿੱਚ ਪੂਰੇ ਪ੍ਰਬੰਧ ਨਹੀਂ। ਜਿਹੜਾ ਵੀ ਮਰੀਜ਼ ਹਸਪਤਾਲ ਦੇ ਵਿੱਚ ਜਾਂਦਾ ਉਹ ਜਿਉਂਦਾ ਨਹੀਂ ਆਉਂਦਾ, ਉਹਦੀ ਲਾਸ਼ ਹੀ ਵਾਪਸ ਆਉਂਦੀ ਆ, ਲਾਸ਼ ਵੀ ਨਹੀਂ ਦਿੰਦੇ ਉਹਦੇ ਕਿਡਨੀਆਂ ਗੁਰਦੇ, ਜਦ ਬਾਬਾ ਜੀ ਹੁਣਾਂ ਦੱਸਿਆ ਵੀ ਸਭ ਕੁਝ ਕੱਢ ਲੈਂਦੇ ਆ। ਇਸ ਕਰਕੇ ਮੇਰੀ ਜਨਤਾ ਦੇ ਚਰਨਾਂ 'ਚ ਅਪੀਲ ਆ, ਹਸਪਤਾਲਾਂ, ਵੱਡੇ ਵੱਡੇ ਹਸਪਤਾਲਾਂ 'ਚ ਨਾ ਜਾਓ। ਆਪਣਾ ਜਿਹੜੇ ਤੁਹਾਡੇ ਨਜ਼ਦੀਕੀ ਕੋਈ ਮੈਡੀਕਲ ਸੇਵਾਵਾਂ ਜਿਹੜੀਆਂ ਦਿੰਦੇ ਆ ਉਹਨਾਂ ਕੋਲੋਂ ਦਵਾਈ ਲਓ। ਇਹ ਜਿਹੜਾ ਵਾ ਕਰੋਨਾ ਇੱਕ ਬਿਮਾਰੀ ਆ, ਇਹ ਕੋਈ ਮਹਾਮਾਰੀ ਨਹੀਂ। ਮਹਾਮਾਰੀ ਉਹ ਹੁੰਦੀ ਆ ਜਿਹੜੀ ਇੱਕ ਬੰਦੇ ਨੇ ਦੂਜੇ ਬੰਦੇ ਨੂੰ ਹੱਥ ਲਾਇਆ ਤੇ ਉਹ ਜਿਹੜਾ ਬੰਦਾ ਵਾ ਉਹਦੀ ਮੌਤ ਹੋ ਜਾਂਦੀ ਆ। ਇਹ ਇੱਕ ਬਿਮਾਰੀ ਆ, ਇਹ ਇੱਕ ਮਹਾਮਾਰੀ ਨਹੀਂ। ਮੇਰੀ ਇਹੋ ਹੀ ਸਾਰੇ ਜਨਤਾ ਦੇ, ਦਿੱਲੀ ਵਾਸੀਆਂ ਦੇ, ਪੰਜਾਬ ਵਾਸੀਆਂ ਦੇ ਚਰਨਾਂ 'ਚ ਅਪੀਲ ਆ, ਪੰਜਾਬ 'ਚੋਂ ਵਿਹਲੇ ਹੋ ਕੇ ਜਿਹੜੇ ਸਾਡੇ ਕਿਸਾਨ ਗਏ ਆ ਉਹ ਵੀ ਦਿੱਲੀ 'ਚ ਆ ਜਾਣ ਤੇ ਆਪਣਾ ਜਿਹੜਾ ਕਿਸਾਨ ਅੰਦੋਲਨ ਜਿਹੜਾ ਵਾ ਉਹਨੂੰ ਆਪਾਂ ਵੱਧ ਤੋਂ ਵੱਧ ਪ੍ਰਫੁੱਲਤ ਕਰੀਏ। ਆਕਸੀਜਨ ਦੀ ਕਿਹਾ ਜਾ ਰਿਹਾ ਕਮੀ ਆ ਗਈ ਆ, ਦੇਸ਼ 'ਚ ਆਕਸੀਜਨ ਨਹੀਂ ਹੈਗੀ। ਕੀ ਲੱਗਦਾ ਹੈ ਜਿਹੜੀਆਂ 300 ਕਰੋੜ ਲਗਾ ਕੇ ਮੂਰਤੀਆਂ ਬਣਾਈਆਂ ਗਈਆਂ ਨੇ, ਪਟੇਲ ਦੀ ਮੂਰਤੀ ਬਣਾਈ ਆ, ਹੋਰ ਵਿਦੇਸ਼ਾਂ ਦੇ ਦੌਰੇ ਕੀਤੇ ਜਾਂਦੇ ਨੇ, ਖਰਚੇ ਕੀਤੇ ਜਾਂਦੇ ਨੇ, ਲੱਗਦਾ ਨਹੀਂ ਉਹ ਪੈਸੇ ਨਾਲ ਸਾਨੂੰ ਹਸਪੀਟਲ ਚਾਹੀਦੇ ਸੀਗੇ, ਵਧੀਆ ਸਕੂਲ ਚਾਹੀਦੇ ਸੀਗੇ, ਅੱਜ ਇਹ ਦਿਨ ਨੇ ਜਿਹੜੇ ਨਾ ਦੇਖਣੇ ਪੈਂਦੇ? ਅੱਜ ਜਿਹੜੇ ਭਾਈ ਸਾਹਿਬ ਜਿਹੜੇ ਮੰਤਰੀ ਆ ਉਹਨਾਂ ਦਾ ਬਾਹਰ ਜਾਣਾ, ਜਿਹੜਾ ਵੱਡੇ ਵੱਡੇ ਇਲਾਜ ਹੁੰਦੇ ਆ ਬੰਦ ਕਰ ਦਿਓ, ਏਅਰਪੋਰਟ ਦੀਆਂ ਫਲੈਟਾਂ ਬੰਦ ਕਰ ਦਿਓ। ਇਹੋ ਏਮਸ ਜਿਹੜੇ ਇੱਥੇ ਘੱਟੋ ਘੱਟ 100-150 ਏਮਸ ਖੁੱਲ ਜੂਗਾ ਇੰਡੀਆ ਦੇ ਵਿੱਚ। ਇਹ ਜਿਹੜੇ ਮੰਤਰੀ ਆ ਜਾਂ ਵੱਡੇ ਵੱਡੇ ਲੋਕ ਵਾ, ਇਹ ਤੇ ਬਾਹਰੋਂ ਜਾ ਕੇ ਆਪਣਾ ਇਲਾਜ ਕਰਾ ਲੈਂਦੇ ਆ। ਜਿਹੜੇ ਗਰੀਬ ਆ ਉਹ ਇੱਥੇ ਮਰਦੇ ਆ। ਇੱਥੇ ਸਾਡਾ ਜਿਹੜਾ ਦੇਸ਼ ਵਾ ਇਸ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ, ਇਹ ਸਿਰਫ ਇਸ ਦੇਸ਼ ਨੂੰ ਲੁੱਟਿਆ ਜਾ ਰਿਹਾ। ਵੇਖੋ ਇਹਨਾਂ ਨੇ ਕੀ ਕੀਤਾ ਵਾ ਸਿਲੰਡਰਾਂ ਬਾਰੇ। ਸਿਲੰਡਰ ਪਹਿਲਾਂ ਤਾਂ ਇਹਨਾਂ ਗਰੀਬਾਂ ਨੂੰ ਫ੍ਰੀ ਦਿੱਤੇ, ਫ੍ਰੀ ਦੇ ਕੇ ਉਹਨਾਂ ਨੂੰ ਸਬਸਿਡੀ ਖਾਤਿਆਂ 'ਚ ਪਾਈ। ਉਹ ਸਿਲੰਡਰ ਜਿਹੜਾ 400 ਦਾ ਸੀ ਅੱਜ 800 ਦਾ ਕਰਤਾ। ਜਿਹੜੀ DAP ਖਾਦ ਵਾ ਉਹ ਅੱਜ ਇਹਨਾਂ ਨੇ ਜਿਹੜਾ 1200 ਦਾ ਕੱਟਾ ਸੀ ਉਹ 2000 ਦਾ ਕਰਨ ਜਾ ਰਹੇ ਵੀ ਜਿਹੜੀ ਤੁਹਾਡੇ ਖਾਤਿਆਂ 'ਚ ਸਬਸਿਡੀ ਆਏਗੀ, ਉਹ ਵੀ ਇਦਾਂ ਸਬਸਿਡੀ ਖਤਮ ਕਰ ਦੇਣਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਪੈਣਾ ਵਾ। ਇਸੇ ਕਿਸੇ ਆਕਸੀਜਨ ਦੀ ਘਾਟ ਨਹੀਂ, ਇਹ ਜਾਣ ਬੁੱਝ ਕੇ ਜਨਤਾ ਨੂੰ ਜਿਹੜੀਆਂ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਜੀ ਜੀ ਜੀ, ਸਾਡੇ ਨਾਲ ਹੋਰ ਵੀ ਕਿਸਾਨ ਨੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਈਸ਼ਵਰ ਸਿੰਘ ਹੈ, ਪਿੰਡ ਯਾਦਪੁਰ, ਜ਼ਿਲ੍ਹਾ ਗੁਰਦਾਸਪੁਰ। ਈਸ਼ਵਰ ਸਿੰਘ ਜੀ, ਕੀ ਕहेंगे? ਉਹ ਰਸਤਾ ਕਿਹਦੇ ਵੱਲੋਂ ਰੋਕਿਆ ਗਿਆ? ਕਿਹਾ ਜਾ ਰਿਹਾ ਸੀਗਾ ਕਿਸਾਨ ਰੋਕ ਰਹੇ ਨੇ, ਆਕਸੀਜਨ ਨਹੀਂ ਨਹੀਂ, ਕੋਈ ਕਿਸਾਨ ਨਹੀਂ, ਇਹ ਪੁਲਿਸ ਵਾਲੇ ਇਹੋ ਹੀ ਆਪਣੀ ਸਰਕਾਰ ਹੀ ਰੋਕ ਰਹੀ ਹੈ। ਸਾਡਾ ਕਿਸਾਨਾਂ ਦਾ ਕੋਈ ਕਿਸੇ ਦਾ ਕਸੂਰ ਨਹੀਂ। ਪਿਛਲੀ ਵਾਰ ਇਹ ਰਸਤਾ ਬਿਲਕੁਲ ਸਿੱਧਾ ਹੈ, ਕੋਈ ਗੱਲਬਾਤ ਨਹੀਂ। ਹੁਣ ਇਹਨੂੰ ਖੋਲ੍ਹਣ ਦੀ ਕੋਈ ਗੱਲ ਹੀ ਨਹੀਂ। ਰਸਤਾ ਮਤਲਬ ਜਾਣ ਬੁੱਝ ਕੇ ਨਾ ਬੰਦ ਕੀਤਾ ਜੀ, ਜਾਣ ਬੁੱਝ ਕੇ ਕਿਸਾਨ ਕਹਿੰਦੇ ਸਰਕਾਰ ਨੇ ਰਸਤਾ ਬੰਦ ਕੀਤਾ ਹੈ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਾਡੇ ਨਾਲ ਹੋਰ ਵੀ ਬਜ਼ੁਰਗ ਨੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਜਗੀਰ ਸਿੰਘ ਹੈ ਜੀ। ਜਗੀਰ ਸਿੰਘ ਜੀ, ਕੀ ਕहेंगे? ਉਹ ਆਕਸੀਜਨ ਦੀ ਕਮੀ ਆ, ਕਹਿੰਦੇ ਕਿਸਾਨਾਂ ਵੱਲੋਂ ਜਿਹੜੇ ਧਰਨੇ ਲਗਾਏ ਗਏ ਨੇ ਤਾਂ ਕਰਕੇ ਦਿੱਲੀ 'ਚ ਆਕਸੀਜਨ ਨਹੀਂ ਪਹੁੰਚ ਰਹੀ, ਕੀ ਕहेंगे? ਉਹ ਮੈਂ ਤਾਂ ਇਹ ਕਹਾਂਗਾ ਜੀ,
ਸਾਡੇ ਕਿਸਾਨਾਂ ਵਾਸਤੇ ਮਤਲਬ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ। ਇਹ ਗਵਰਨਮੈਂਟ ਨੇ ਖੁਦ ਬੰਦ ਕੀਤਾ ਜੀ। ਇਹ ਗਵਰਨਮੈਂਟ ਹੁਣ ਚਾਹੇ ਤਾਂ ਹੁਣ ਖੋਲ ਸਕਦੀ, ਜਦੋਂ ਮਰਜ਼ੀ ਖੋਲ ਸਕਦੀ ਆ। ਸਾਨੂੰ ਕੋਈ ਇਤਰਾਜ਼ ਨਹੀਂ ਇਹਦੇ ਵਿੱਚ। ਅਸੀਂ ਤਾਂ ਦੇਖਦੇ ਹਾਂ ਵੀ ਰਸਤਾ ਖੋਲ੍ਹਣ। ਜੀ ਜੀ ਜਦੋਂ 3 ਦਿਨ ਹੋ ਗਏ ਮੀਟਿੰਗ ਹੋਈ ਨੂੰ ਤਾਂ ਅਜੇ ਤੱਕ ਕਿਉਂ ਨਹੀਂ ਇਹਨਾਂ ਦਾ ਰਸਤਾ ਖੋਲ੍ਹਿਆ? ਜੀ ਜੀ ਹਾਂਜੀ ਹਾਂਜੀ, ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ 3 ਦਿਨ ਹੋ ਗਏ ਨੇ ਮੀਟਿੰਗ ਹੋਈ ਨੂੰ, ਰਸਤਾ ਕਿਉਂ ਨਹੀਂ ਖੋਲ੍ਹਿਆ ਗਿਆ। ਜਿਹੜਾ ਰਸਤਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਬੈਰੀਕੇਡਿੰਗ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿਸਾਨ ਰਸਤਾ ਰੋਕਦੇ ਨੇ ਤੇ ਕਿਸਾਨਾਂ ਵੱਲੋਂ ਇੱਥੇ ਕੋਈ ਰਸਤਾ ਨਹੀਂ ਰੋਕਿਆ ਗਿਆ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਬੈਰੀਕੇਡਿੰਗ ਚੱਕੇ, ਅਸੀਂ ਕੋਈ ਰੋਕਾਂਗੇ ਨਹੀਂ ਸਮਾਂ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਥ ਦੇਵਾਂਗੇ ਇੱਥੋਂ ਬੈਰੀਕੇਡਿੰਗ ਖੋਲ੍ਹਣ 'ਚ ਕੋਈ ਵੀ ਦਿੱਕਤ ਹੈ ਜਿਹੜੀ ਨਾ ਆਵੇ। ਇਹ ਰਸਤਾ ਹੈ ਜਿਹੜਾ ਕਿਸਾਨਾਂ ਵੱਲੋਂ ਇੱਕ ਟੈਂਪਰੇਰੀ ਰਸਤਾ ਬਣਾਇਆ ਗਿਆ ਜੋ ਨਰੇਲਾ ਸਾਈਡ ਦੀ ਘੁੰਮ ਕੇ ਦਿੱਲੀ 'ਚ 20 ਕਿਲੋਮੀਟਰ ਦਾ ਗੇੜ ਪੈਂਦਾ ਹੈ ਜਿਹੜਾ ਲੋਕ ਦਿੱਲੀ 'ਚ ਐਂਟਰ ਹੁੰਦੇ ਨੇ ਤੇ ਜਿਹੜੇ ਟਰਾਲੇ ਨੇ ਉਹ ਬੈਕ ਸਾਈਡ ਤੋਂ ਇੰਡਸਟਰੀ ਏਰੀਆ 'ਚੋਂ ਘੁੰਮ ਕੇ ਜਾਂਦੇ ਨੇ ਜਿਹਨਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਰਤ ਦੇ ਵਿੱਚ ਜਿਹੜੇ ਸੜਕਾਂ ਨੇ ਉਹ ਸੜਕਾਂ ਦੇ ਵਿੱਚ ਟੋਏ ਇਸ ਤਰ੍ਹਾਂ ਨੇ ਕਿ ਟੋਇਆਂ ਦੇ ਵਿੱਚ ਸੜਕਾਂ ਨੇ ਜਿਹੜੀਆਂ ਤੇ ਇੱਥੇ ਜਿਹੜੇ ਲੋਕਲ ਲੋਕ ਨੇ ਇੱਥੋਂ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ। ਜਿਹੜੇ ਆਟੋ ਚਾਲਕ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ, ਕਿਸ ਤਰ੍ਹਾਂ ਦੇਖਦੇ ਨੇ ਕਿ ਇਹ ਰਸਤਾ ਹੈ ਜਿਹੜਾ ਕਿਸ ਵੱਲੋਂ ਰੋਕਿਆ ਗਿਆ ਹੈ। ਇਹਨਾਂ ਨੂੰ ਕੋਈ ਇੱਥੇ ਕਿਸਾਨ ਰੋਕਦਾ ਹੈ ਜਿਹੜੀਆਂ ਗੱਡੀਆਂ ਚਲਾਉਂਦੇ ਨੇ ਜਾਂ ਆਟੋ ਰਿਕਸ਼ਾ ਚਲਾਉਂਦੇ ਨੇ ਉਹਨਾਂ ਗੱਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ। ਹਾਂਜੀ, क्या नाम है आपका? मेरा वकील। वकील साहब का आप जहाँ पे कितने टाइम से आते हो? जहाँ पे यहाँ पे 1 साल से। जहाँ पे ही रह रहे हो? जहाँ पे जब तुम आते हो किसानों की तरफ से कोई रास्ता रोका गया है बीच में? नहीं नहीं नहीं, तो रास्ता किसने रोका है? ये सरकार ने रोक रखा। सरकार ने रोक रखा है। सरकार तो बोल रही है कि किसानों ने रास्ता रोक रखा है, ऑक्सीजन की कमी आ गई दिल्ली में इसलिए लोगों की डेथ हो रही है, किसान गाड़ियों को एंटर नहीं होने दे रहे, किसानों ने रास्ता रोका है। क्या कहोगे? वो गलत बात है, गलत बात है सरकार की। सरकार की गलत बात है ये जी, जो सबको परेशान है एक सरकार ही कर रही है बस जी। हाँ जी, की नाम है जी अपना? ਸਤਨਾਮ ਸਿੰਘ ਸਰ। ਸਤਨਾਮ ਸਿੰਘ, ਤੁਸੀਂ ਕਿੱਥੇ ਦੇ ਰਹਿਣੇ ਵਾਲੇ ਹੋ? ਮੈਂ ਲੁਧਿਆਣਾ ਪਿੰਡ ਤਰੀਕੇ ਸਰ। ਕੀ ਲੱਗਦਾ ਇੱਥੇ ਰਸਤਾ ਕਿਹਦੇ ਵੱਲੋਂ ਰੋਕਿਆ ਗਿਆ ਜੀ? ਇਹ ਆਪਣੇ ਕਿਸਾਨਾਂ ਵੱਲੋਂ ਤਾਂ ਰੋਕਿਆ ਨਹੀਂ ਗਿਆ, ਸਰਕਾਰ ਦੀ ਉਹ ਆ ਤੇ ਉਹਨਾਂ ਨੇ ਰੋਕਿਆ ਆ ਤੇ ਸਾਨੂੰ ਤਾਂ ਕੋਈ ਉਹ ਨਹੀਂ ਹੈਗਾ ਆ। ਸਾਡਾ ਕੋਈ ਮਜਬੂਰੀ ਆ ਸਾਡੀ, ਤਾਂ ਅਸੀਂ ਤਾਂ ਬੈਠੇ ਆ ਇੱਥੇ ਤੇ ਸਾਡਾ ਕੋਈ ਰਾਹ ਰੋਕਣ ਦਾ ਕੋਈ ਉਹ ਨਹੀਂ ਹੈਗਾ, ਨਾ ਕਿਸੇ ਦੀ ਕੋਈ ਉਹ ਹੈਗੀ ਆ। ਸਾਨੂੰ ਜੋ ਰੋਕਿਆ ਸਰਕਾਰ ਨੇ ਰੋਕਿਆ, ਤੁਸੀਂ ਦਿਖਾ ਵੀ ਰਹੇ ਹੋਗੇ ਤੇ ਦੇਖ ਵੀ ਰਹੇ ਹੋ ਤੇ ਆ ਸਾਰੇ ਆ ਲੱਗੇ ਹੋਏ ਆ ਤੁਹਾਡੇ ਸਾਹਮਣੇ ਤਾਰਾਂ ਲਾਏ ਰੱਖੀਆਂ। ਹੋਰ ਵੀ ਇੱਥੇ ਆਟੋ ਚਾਲਕ ਨੇ ਜਿਹੜੇ ਤਕਰੀਬਨ ਇੱਥੇ ਆਪਣੀ ਰੋਜੀ ਰੋਟੀ ਕਮਾਉਂਦੇ ਨੇ, ਕਾਫੀ ਲੰਮੇ ਟਾਈਮ ਤੋਂ ਜਿਹੜੇ ਲੋਕ ਨੇ ਉਹ ਇੱਥੇ ਕੰਮ ਕਰਦੇ ਨੇ, ਆਪਣਾ ਕਿਰਤ ਕਰਦੇ ਨੇ ਤੇ ਆਪਣੇ ਬੱਚੇ ਪਾਲਦੇ ਨੇ। ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ। ਇੱਥੇ ਜਿਹੜੇ ਟੈਕਸੀ ਡਰਾਈਵਰ ਨੇ ਉਹ ਵੀ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕਿੱਦਾਂ ਦੇਖਦੇ ਨੇ ਤੇ ਰਸਤਾ ਕਿਹਨਾਂ ਵੱਲੋਂ ਰੋਕਿਆ ਗਿਆ ਹੈ ਕਿਉਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਜੋ ਦਿੱਲੀ ਦੇ ਵਿੱਚ ਕਮੀ ਆ ਆਕਸੀਜਨ ਦੀ ਉਹ ਕਿਸਾਨਾਂ ਵੱਲੋਂ ਆ ਰਹੀ ਹੈ, ਕਿਸਾਨਾਂ ਵੱਲੋਂ ਰਸਤੇ ਰੋਕੇ ਗਏ ਨੇ। ਹਾਂਜੀ, ਸਤਿ ਸ਼੍ਰੀ ਅਕਾਲ जी। सत श्रीकाल बाजी। की नाम है जी? संजय। संजय भाजी, क्या कहोगे आप? सरकार बोल रही है कि ये जो दिल्ली में ऑक्सीजन की कमी आई है किसानों ने रास्ता रोका है, इसके कारण थोड़ी है, ये कोई बात थोड़ी है। किसान क्यों रास्ता ऑक्सीजन रोकेंगे? किसान कोई साइंटिस्ट थोड़ी है, किसान किसान है। बोल रहे हैं रास्ते पे किसान बैठे हैं, बैरिकेडिंग किया है इसलिए ये ऑक्सीजन दिल्ली में एंटर नहीं हो रही। नहीं, ऐसा कुछ नहीं है, सब जा तो रहे हैं, सब आ रहे हैं जा रहे हैं, ट्रैफिक खुला तो है रोड। आप कितने टाइम से जहाँ पे ऑटो चला रहे हो? सर हो गया, हम 6 महीने हो गए। लगता है कि आपको कहीं रास्ते में रोका किसानों ने? नहीं, थोड़ा सा जाम वाम होता है बस। हाँ, जाम हो जाता है और किसानों ने कभी रोका नहीं है जी। हाँ जी, ये इत्थों दे लोकल लोग ने, होर भी साडे नाल वीरा। हाँ जी, क्या नाम है आपका? हरपाल सिंह। हरपाल सिंह जी, क्या कहोगे क्योंकि दिल्ली में कोरोना का दौर है, जो दूसरी लहर है वो चल रही है, सरकार बोल रही है कि दिल्ली में ऑक्सीजन की कमी आ गई क्योंकि किसान बैठे हैं बॉर्डरों पे, उन्होंने रास्ता ब्लॉक कर रखा है इसलिए लोग मर रहे हैं, ऑक्सीजन नहीं पहुंच रही, गाड़ियां नहीं पहुंच रही। क्या कहोगे, किसानों ने रास्ता रोका है? नहीं, रास्ता तो खुला हुआ है जी, इधर से पूरा आगे वो बैरिकेडिंग किसने की है? वो तो इन्होंने करी है, पुलिस वालों ने करी है, यहाँ पुलिस वालों ने से। की है। हाँ जी। तो किसान रोकते हैं, आप ऑटो चलाते हैं जहाँ पे कोई रोकता है? जहाँ पे? नहीं, हमें नहीं रोकता कोई जी। और भी साढ़े नाल। हाँ जी, क्या नाम है आपका? मोहित है भाई। आप यहाँ आ जाइए कैमरे में। कहाँ के रहने वाले हो? पानीपत के हैं भाई। जहाँ पर सरकार बोल रही है कि किसानों की तरफ से रास्ता रोका गया है इसलिए ऑक्सीजन की कमी आ रही है। ना भाई, किसानों ने कोई रास्ता नहीं रोका है, हम तो बल्कि रास्ता खुलवाने आए थे। हम तो यहाँ पे हम तो रास्ता खोलते हुए आए हैं, वहाँ आगे थे बैरिकेड तोड़ते हुए। सरकार ने खुद रास्ता रोक रखा है। जो ये सरकार ये कोरोना का ढंग है, ये किसानों को उठानी चाहिए सरकार। और जो ऑक्सीजन की कमी बताओ है
पिछले साल भी कोरोना आया था, उस साल तो ऑक्सीजन थी, ज़्यादा पेशेंट थे उस साल तो। अब क्या दिक्कत होगी, अब क्यों आपको आ गई ऑक्सीजन? वो पिछले साल तो जी ऑक्सीजन, ये बताओ सरकार। ਰਸਤਾ ਜਦੋਂ ਤੁਸੀਂ ਕਿਸਾਨ ਚੱਲੇ ਨੇ, ਸ਼ੁਰੂ ਤੋਂ ਚੱਲੇ ਨੇ, तो रास्ता कौन रोक रहा था? सरकार रोक रही थी। हाँ, रास्ता सरकार रोक रही थी। सड़कों में गड्ढे खोदे। हाँ, इन्होंने 20-20 फुट 10-10 फुट गड्ढे खोद रखे, सड़क पाट रखी थी खुद, और ये सरकार खुद ही सड़क तोड़ती है ये जी। किसानों ने कोई रास्ता नहीं, किसानों ने कोई रास्ता नहीं रोका, किसानों ने दो यहाँ पे बल्कि बहुत ही सुविधाएं करी है लोगों के लिए। अरे ਜੀ ਜੀ, ਇਹ ਸੀਗੇ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਪੰਜਾਬ ਤੋਂ ਚੱਲੇ ਆ ਤਾਂ ਜਿਹੜੀ ਹਰਿਆਣਾ ਸਰਕਾਰ ਆ, ਬੀਜੇਪੀ ਦੀ ਸਰਕਾਰ ਆ, ਉਸ ਵੱਲੋਂ ਸੜਕਾਂ ਤੇ ਟੋਏ ਪੁੱਟੇ ਗਏ, ਬੈਰੀਗੇਟਿੰਗ ਕੀਤੇ ਗਏ। ਅਸੀਂ ਰਸਤਾ ਸਾਫ਼ ਕਰਦੇ ਆਏ ਆ, ਇੱਥੇ ਪਹੁੰਚੇ, ਸਰਕਾਰ ਵੱਲੋਂ ਅੱਗੇ ਬੈਰੀਗੇਟਿੰਗ ਲਗਾ ਕੇ ਦਿੱਲੀ 'ਚ ਐਂਟਰ ਹੋਣ ਤੋਂ ਸਾਨੂੰ ਰੋਕਿਆ ਗਿਆ। ਉਸ ਤੋਂ ਬਾਅਦ ਕੰਕਰੀਟ ਦੀਆਂ ਦੀਵਾਰਾਂ ਕੀਤੀਆਂ ਗਈਆਂ, ਕੋਬਰਾ ਵਾਇਰ ਹੈ ਜਿਹੜੀ ਉਹ ਲਗਾਈ ਗਈ ਤੇ ਰਸਤਾ ਰੋਕਿਆ ਗਿਆ। ਹੁਣ ਕਿਸਾਨਾਂ ਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਦੇ ਲਈ ਇਹ ਆਰੋਪ ਲਗਾਏ ਜਾ ਰਹੇ ਨੇ ਕਿ ਕਿਸਾਨਾਂ ਵੱਲੋਂ ਰਸਤਾ ਰੋਕਿਆ ਜਾ ਰਿਹਾ ਹੈ ਤਾਂ ਕਰਕੇ ਆਕਸੀਜਨ ਦੀ ਕਮੀ ਆ ਰਹੀ ਆ। ਪਰ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸਾਨਾਂ ਵੱਲੋਂ ਕੋਈ ਰਸਤਾ ਨਹੀਂ ਰੋਕਿਆ ਗਿਆ। ਕਿਸਾਨਾਂ ਦੇ ਧਰਨੇ ਦੇ ਵਿੱਚ ਜਿਹੜੇ ਲੋਕ ਨੇ ਉਹ ਉਸੇ ਤਰ੍ਹਾਂ ਆਵਾਜਾਈ ਆ ਜਿਹੜੀ ਚੱਲ ਰਹੀ ਆ। ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਬੈਰੀਗੇਟਿੰਗ ਕੀਤੀ ਗਈ ਆ, ਰਸਤਾ ਉਹਨਾਂ ਵੱਲੋਂ ਰੋਕਿਆ ਗਿਆ ਹੈ। ਜਿਹੜੇ ਲੋਕਲ ਲੋਕ ਨੇ ਉਹ ਵੀ ਕਹਿ ਰਹੇ ਨੇ ਕਿ ਕਿਸਾਨਾਂ ਵੱਲੋਂ ਕੋਈ ਦਿੱਕਤ ਨਹੀਂ, ਦਿੱਕਤਾਂ ਨੇ ਜਿਹੜੀਆਂ ਸਰਕਾਰ ਵੱਲੋਂ ਆ ਰਹੀਆਂ ਨੇ, ਸਰਕਾਰ ਰਸਤਾ ਰੋਕ ਰਹੀ ਆ, ਪਰ ਕਿਸਾਨ ਸਾਥ ਦੇ ਰਹੇ ਨੇ। ਕਿਸਾਨਾਂ ਵੱਲੋਂ ਹਰ ਇੱਕ ਸਹੂਲਤ ਇੱਥੇ ਮੁਹੱਈਆ ਕਰਾਈ ਜਾ ਰਹੀ ਆ, ਲੰਗਰ ਚੱਲ ਰਹੇ ਨੇ, ਸਾਰੇ ਪ੍ਰਬੰਧ ਪੁਖਤਾ ਨੇ। ਤੇ ਸਵਾਲ ਜ਼ਰੂਰ ਉੱਠਦੇ ਨੇ ਸਰਕਾਰ ਤੇ ਕਿ ਜਦੋਂ ਮੀਟਿੰਗ ਹੋਈ ਨੂੰ 2 ਦਿਨ ਹੋ ਗਏ ਨੇ ਤਾਂ ਰਸਤਾ ਕਿਉਂ ਨਹੀਂ ਖੋਲ੍ਹਿਆ ਗਿਆ। ਤੇ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਵੀ ਗੱਲ ਕੀਤੀ, ਕਿਸਾਨਾਂ ਨਾਲ ਵੀ ਗੱਲ ਕੀਤੀ। ਉਹਨਾਂ ਦਾ ਇਹੀ ਕਹਿਣਾ ਹੈ ਕਿ ਇਹ ਸਰਕਾਰ ਦੀਆਂ ਚਾਲਾਂ ਨੇ ਕਿਸਾਨਾਂ ਨੂੰ ਇੱਥੋਂ ਉਠਾਉਣ ਦੇ ਲਈ, ਪਰ ਕਿਸਾਨ ਆਪਣੇ ਹੱਕ ਲਏ ਬਗੈਰ ਇੱਥੋਂ ਵਾਪਸ ਨਹੀਂ ਜਾਣਗੇ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ।